ਵੱਲ ਭੱਜੀ ਜਾਣਾ। ਹਾਲੇਲੂਇਆ। ਔਰ ਇਹਦੇ ਵਿੱਚ ਅਸੀਂ ਦੇਖ ਰਹੇ ਸੀਗੇ ਖੁਦਾ ਦੇ ਵਚਨ ਦੇ ਵਿੱਚੋਂ ਪਹਿਲਾਂ ਤਾਂ ਦੋ ਆਪਣਾ ਸ਼ੌਲ ਨੂੰ ਦੇਖਿਆ, ਆਪਣੇ ਪਲੂਸ ਨੂੰ, ਔਰ ਪਲੂਸ ਦੇ ਬਾਰੇ ਆਪਾਂ ਜਦ ਦੇਖਦੇ ਤੇ ਉਹ ਸਾਰਾ ਕੁਝ ਤਿਆਗ ਕੇ ਨਿਸ਼ਾਨੇ ਵੱਲ ਕੀ ਕੀਤਾ ਗਿਆ, ਭੱਜੀ ਗਿਆ। ਉਹਨੇ ਇੱਕ ਟਾਰਗੇਟ ਰੱਖ ਲਿਆ ਸੀ। ਟਾਰਗੇਟ ਕੀ ਸੀਗਾ ਕਿ ਮੈਂ ਮਸੀਹ ਨੂੰ ਕੀ ਕਰਨਾ ਹੈ, ਖੱਟਣਾ। ਹਾਲੇਲੂਇਆ। ਸੋ ਉਸ ਟਾਰਗੇਟ ਨੂੰ ਲੈ ਕੇ ਉਹ ਜਿੱਦਾਂ ਜਿੱਦਾਂ ਉਹਨੂੰ ਮਸੀਹ ਦੀ ਪਹਿਚਾਣ ਹੁੰਦੀ ਗਈ ਤੇ ਦੁਨੀਆ ਦੀਆਂ ਗੱਲਾਂ ਤੋਂ, ਚੀਜ਼ਾਂ ਤੋਂ, ਕੰਮਾਂ ਤੋਂ ਕੀ ਹੁੰਦਾ ਰਿਹਾ, ਉਹਦਾ ਮਨ ਚੱਕ ਹੁੰਦਾ। ਹਾਲੇਲੂਇਆ। ਸੋ ਇੱਥੇ ਆਪਾਂ ਇਸ ਗੱਲ ਨੂੰ ਵੀ ਸਮਝ ਲੈਂਦੇ, ਜੇ ਸਾਡਾ ਮਨ ਦੁਨੀਆ ਦੀਆਂ ਗੱਲਾਂ ਤੇ ਚੱਕ ਨਹੀਂ ਹੁੰਦਾ ਤਾਂ ਸਮਝ ਲਓ ਸਾਨੂੰ ਅਜੇ ਪ੍ਰਭੂ ਦੀ ਪਹਿਚਾਣ ਹੋਈ ਨਹੀਂ, ਜਾਂ ਜਿੰਨਾ ਚੱਕ ਹੋਇਆ ਪਹਿਚਾਣ ਓਨੀ ਹੋਈ, ਐਵੇਂ ਵਾਧੂ ਨਾ ਸਮਝ ਲਿਓ। ਹਾਲੇਲੂਇਆ। ਜਿੰਨਾ ਮਨ ਚੱਕ ਹੋਇਆ ਦੁਨੀਆ ਦੀਆਂ ਗੱਲਾਂ ਨੂੰ, ਰੀਤਾਂ ਨੂੰ, ਰਿਵਾਜਾਂ ਨੂੰ, ਸਮਝ ਲਓ ਉਨੀ ਪਹਿਚਾਣ ਹੋਈ ਹੈ। ਔਰ ਪਰੂਸ ਨੂੰ ਇਦਾਂ ਦੀ ਪਹਿਚਾਣ ਹੋ ਗਈ, ਉਹ ਕਹਿੰਦਾ ਮੈਨੂੰ ਤਾਂ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਕੀ ਲੱਗਦੀਆਂ ਆ, ਕੂੜਾ। ਸਭ ਕੁਝ ਕੀ ਲੱਗਦਾ ਆ, ਕੂੜਾ। ਤੇ ਕਹਿੰਦਾ ਮੈਂ ਮਸੀਹ ਦੇ ਲਈ ਖਰਚ ਕਰੂੰਗਾ ਜੋ ਕੁਝ ਵੀ ਮੇਰੇ ਕੋਲ ਆ, ਔਰ ਮੈਂ ਆਪਣੀ ਜਾਨ ਨੂੰ ਵੀ ਮਸੀਹ ਦੇ ਲਈ ਕੀ ਕਰ ਦੂੰਗਾ, ਖਰਚ ਕਰ ਦੂੰਗਾ। ਔਰ ਉਦਾਂ ਹੀ ਉਹਨੇ ਕੀਤਾ। ਪਰ ਉਹਦੇ ਨਾਲ ਲੱਗਾ ਹੋਇਆ ਇੱਕ ਆਪਾਂ ਨਾਲ ਦੇਖਿਆ ਸੀਗਾ, ਉਹਦੇ ਨਾਲ ਦਾ ਚੇਲਾ ਜਿਹੜਾ ਸੀਗਾ, ਉਹਨੇ ਕੀ ਕਰ ਲਿਆ, ਪ੍ਰਕਾਸ਼ਨ ਵੀ ਪਲੂਸ ਵਾਂਗੂ ਪਾਇਆ, ਯਾਨੀ ਕਿ ਵਚਨ ਦਾ ਗਿਆਨ ਵੀ ਪਲੂਸ ਵਾਂਗੂ ਆ, ਭੱਜ ਦੌੜ ਵੀ ਪਲੂਸ ਵਾਂਗੂ ਆ, ਤਿਆਗ ਦਾ ਜੀਵਨ ਵੀ ਪਲੂਸ ਵਾਂਗੂ ਆ। ਪਰ ਇੱਕ ਥਾਂ ਤੇ ਜਦੋਂ ਸੰਸਾਰ ਵੱਲ ਨੂੰ ਮਨ ਕੀਤਾ ਤੇ ਉਹ ਫਿਰ ਟਰੈਕ ਤੋਂ ਕੀ ਹੋ ਗਿਆ, ਲੱਥ ਗਿਆ। ਰਸਤੇ ਦੋ ਹੋ ਗਏ। ਸੋ ਉਹਨੇ ਫਿਰ ਸੰਸਾਰ ਦੇ ਵਿੱਚ ਨਾਮ ਕਮਾਉਣ ਦਾ ਮਨ ਵੀ ਬਣਾ ਲਿਆ, ਔਰ ਮਸੀਹ ਦਾ ਸੁਨੇਹਾ ਦੇਣ ਦਾ ਵੀ ਮਨ ਰੱਖ ਲਿਆ। ਹਾਲੇਲੂਇਆ। ਜ਼ਿਆਦਾਤਰ ਆਪਾਂ ਸੰਗਤੀਆਂ, ਕਲੀਸਿਆਵਾਂ ਇਸੇ ਪ੍ਰਕਾਰ ਦੀਆਂ ਦੇਖਦੇ ਹੋ, ਕਹਿੰਦੇ ਮਸੀਹ ਦਾ ਨਾਮ ਵੀ ਹੋਣਾ ਚਾਹੀਦਾ ਤੇ ਸਾਡਾ ਨਾਮ ਵੀ ਹੋਣਾ ਚਾਹੀਦਾ। ਮਸੀਹ ਦੇ ਨਾਮ 'ਚ ਅਸੀਂ ਪ੍ਰੋਗਰਾਮ ਕਰਾਂਗੇ ਤੇ ਆਪਣੇ ਨਾਮ 'ਚ ਅਸੀਂ ਮਿਨਿਸਟਰੀ ਦਾ ਨਾਮ ਰੱਖਾਂਗੇ। ਦੋਨੇ ਇਕੱਠੇ ਚੱਲਦੇ ਨਾ। ਹਾਲੇਲੂਇਆ। ਅਜੇ ਕਈਆਂ ਨੂੰ ਨਾ ਜਿਹੜੇ ਵੱਡੀਆਂ ਕਲੀਸਿਆਵਾਂ ਵਿੱਚ ਜ਼ਿਆਦਾ ਭੀੜਾਂ ਵਾਲੀ ਕਲੀਸਿਆ 'ਚ ਲੋਕੀ ਜਾਂਦੇ ਨੇ, ਕਈਆਂ ਨੂੰ ਯਿਸੂ ਮਸੀਹ ਵੀ ਪੂਰੀ ਤਰ੍ਹਾਂ ਕਹਿਣਾ ਨਹੀਂ ਆਉਂਦਾ। ਪਰ ਪਾਸਟਰ ਦਾ ਨਾਮ ਕੀ ਹੈ ਭਲਾ, ਉਹ ਚੰਗੀ ਤਰ੍ਹਾਂ ਕੀ ਹੋ ਗਿਆ ਆ, ਰੱਟ ਗਿਆ। ਪਾਸਟਰ ਤੇ ਪਾਪਾ ਜਿਹੜਾ ਨਾ ਉਹ ਰੱਟ ਲਿਆ ਆ। ਤੇ ਯਿਸੂ ਮਸੀਹ ਦਾ ਇੱਕ ਤਾਂ ਤੇ ਮੈਂ ਕਿਹਾ ਯਿਸੂ ਮਸੀਹ ਨੂੰ ਕਹਿੰਦੇ ਯਿਸੂ ਮਤੀ। ਸੋ ਇਦਾਂ ਦਾ ਹਿਸਾਬ ਕਿਤਾਬ ਆ। ਪਰ ਉਹਨਾਂ ਨੂੰ ਇਹ ਲੋਕ ਕੀ ਆ, ਸੰਸਾਰ ਦੇ ਨਾਲ ਉਹ ਕਹਿੰਦੇ ਸਾਨੂੰ ਸੰਸਾਰਿਕ ਵਸਤਾਂ ਮਿਲਣੀਆਂ ਚਾਹੀਦੀਆਂ, ਚਾਹੇ ਉਹ ਮੰਦਿਰ ਚੋਂ ਮਿਲ ਜਾਣ, ਚਾਹੇ ਗੁਰਦੁਆਰੇ ਚੋਂ ਮਿਲ ਜਾਣ, ਚਾਹੇ ਚਰਚ ਚੋਂ ਮਿਲ ਜਾਣ। ਅਸੀਂ ਕਿਤੇ ਵੀ ਜਾਣ ਨੂੰ ਤਿਆਰ ਹਾਂ, ਕੋਈ ਵੀ ਤਲੀਮ ਅਪਣਾਉਣ ਨੂੰ ਅਸੀਂ ਤਿਆਰ ਹਾਂ। ਪਰ ਕੀ ਹੋਣਾ ਚਾਹੀਦਾ ਹੈ, ਸਾਡੀਆਂ ਮੰਨਤਾਂ ਮੁਰਾਦਾਂ ਪੂਰੀਆਂ ਹੋਣੀਆਂ ਚਾਹੀਦੀਆਂ। ਹਾਲੇਲੂਇਆ। ਸੋ ਇਦਾਂ ਫਿਰ ਉਖੜ ਕੇ ਲੋਕ ਜਿਹੜੇ ਆ ਨਿਸ਼ਾਨੇ ਤੋਂ ਉਖੜਦੇ ਆ, ਫਿਰ ਉਹ ਬਹੁਤ ਜ਼ਿਆਦਾ ਉਹ ਕੰਮ ਖਰਾਬ ਹੋ ਜਾਂਦਾ ਹੈ। ਔਰ ਤੁਹਾਨੂੰ ਸਮਝਾਉਣ ਦੇ ਲਈ ਸੀਗਾ, ਮੈਂ ਉਦੋਂ ਲਿਆਉਂਗਾ ਇੱਕ ਤੀਰ ਕਮਾਨ, ਫਿਰ ਹੀ ਤੁਹਾਨੂੰ ਕਰਕੇ ਦਿਖਾਉਣਾ ਪੈਣਾ, ਫਿਰ ਹੀ ਤੁਹਾਨੂੰ ਸਮਝ ਆਉਣਾ ਅਸਲ ਦੇ ਵਿੱਚ। ਠੀਕ ਹੈ ਜੀ। ਆਹ ਮੇਰੇ ਕੋਲ ਤੀਰ ਆ, ਹੁਣ ਸਿੱਧਾ ਹੀ ਰਾਮੇ ਭਾਈ ਤੇ ਵੱਜਦਾ ਆ, ਹਨਾ। ਇੱਥੋਂ ਮੈਂ ਇਹਨੂੰ ਇੱਥੋਂ ਦੇਖੋ, ਇੱਥੇ ਦੇਖੋ ਤੇ ਉੱਧਰ ਦੇਖੋ ਨਾ, ਤੇ ਇਹਨੂੰ ਹੁਣ ਮੈਂ ਇੱਥੇ ਕਰ ਦਿੱਤਾ ਹੈ ਤੇ ਸਿੱਧਾ ਉਹ ਦਰਵਾਜ਼ੇ 'ਚ ਜਾ ਰਿਹਾ। ਇੱਥੋਂ ਯਾਨੀ ਕਿ 3-4 ਫੁੱਟ ਕੀ ਹੋ ਗਿਆ ਭਲਾ, ਇੱਥੋਂ ਮਾੜਾ ਜਿਹਾ ਹੋਇਆ ਇੰਨਾ ਆ ਹੈ। ਇਹਨੂੰ ਮੈਂ ਜਿੰਨਾ ਦੂਰੀ ਤੱਕ ਦੇਖਦਾ ਜਾਊਗਾ ਉਹਨਾਂ ਕੀ ਹੋ ਜਾਣਾ ਹੈ, ਗੈਪ ਅੱਗਿਓਂ ਵੱਧਦਾ ਜਾਣਾ ਜਦੋਂ ਉਖੜਿਆ। ਹਾਲੇਲੂਇਆ। ਇਸ ਲਈ ਇਹ ਫੋਟੋ ਵੀ ਤਾਈਓ ਵਾਈ ਆ ਤਾਂ ਕਿ ਜੇ ਗੱਲ ਦੇ ਨਾ ਸਮਝ ਨਾ ਆਵੇ, ਫੋਟੋ ਦੇਖ ਲਓ, ਹਾਂ ਕਿੱਦਾਂ ਤੀਰ ਮਾਰਨ ਡਿਆ ਹੈ ਤੇ ਤੀਰ ਕਿੱਧਰ ਜਾ ਰਿਹਾ ਹੈ। ਹਾਲੇਲੂਇਆ। ਸੋ ਸਾਡੀ ਜ਼ਿੰਦਗੀ ਦਾ ਤੀਰ ਵੀ ਇੱਕ ਰੱਖਿਆ ਪਿਆ। ਜਦੋਂ ਖੁਦਾ ਦੀ ਕਮਾਨ ਦੇ ਵਿੱਚ ਆ ਤੇ ਫਿਰ ਤੀਰ ਜਿਹੜਾ ਨਾ ਖੁਦਾ ਦੇ ਟਾਰਗੇਟ ਨੂੰ ਹੀ ਪੂਰਾ ਕਰਨਾ ਚਾਹੀਦਾ। ਹਾਲੇਲੂਇਆ। ਜਦੋਂ ਸ਼ੈਤਾਨ ਦੀ ਕਮਾਨ ਦੇ ਵਿੱਚ ਜਿੱਥੇ ਮਰਜ਼ੀ ਮਾਰਦਾ ਫਿਰਦਾ ਸੀ ਨਾ, ਪਰ ਹੁਣ ਜਦੋਂ ਪ੍ਰਭੂ ਦੇ ਹੱਥ ਵਿੱਚ ਆਏ ਆ ਤੇ ਸਾਨੂੰ ਉਦਾਂ ਹੀ ਚੱਲਣਾ ਚਾਹੀਦਾ ਜਿੱਦਾਂ ਨੂੰ ਪ੍ਰਭੂ ਚਾਹੁੰਦਾ ਹੈ। ਪਲੂਸ ਦੇ ਜੀਵਨ ਨੂੰ ਦੇਖ ਲਿਆ, ਉਹਦੇ ਸਾਥੀ ਦੇ ਜੀਵਨ ਨੂੰ ਦੇਖ ਲਿਆ, ਔਰ ਉਸ ਤੋਂ ਬਾਅਦ ਆਪਾਂ ਦੇਖਿਆ ਆ ਕਿ ਇਹ ਜਿਹੜਾ ਸਾਡਾ ਨਿਸ਼ਾਨਾ ਆ, ਮਸੀਹ ਨੂੰ ਖੱਟਣ ਲਈ ਤਾਂ ਨਿਸ਼ਾਨਾ ਹੈਗਾ ਹੀ ਆ, ਹਨਾ। ਮਸੀਹ ਨੂੰ ਜਾਣਨ ਲਈ ਤਾਂ ਸਾਡਾ ਨਿਸ਼ਾਨਾ ਹੈਗਾ ਹੀ ਆ। ਨਾਲ ਦੌੜਦੇ ਵਿਸ਼ਵਾਸ ਯੋਗਤਾ ਵੀ ਹੋਣੀ ਚਾਹੀਦੀ।
ਕੀ ਚਾਹੀਦੇ ਆ? ਵਿਸ਼ਵਾਸਯੋਗ। ਵਿਸ਼ਵਾਸਯੋਗਤਾ ਮਤਲਬ ਭਰੋਸੇਯੋਗ ਬਣਨਾ ਸੀ। ਖੁਦਾ ਨੇ ਜੈਸਾ ਸਾਡੇ ਲਈ ਭਰੋਸਾ ਰੱਖਿਆ ਆ, ਅਸੀਂ ਉਸੇ ਕੰਮ ਨੂੰ ਕੀ ਕਰੀਏ? ਪੂਰਾ ਕਰੀਏ। ਭਰੋਸੇਯੋਗ ਖੁਦਾ ਦੇ ਬਣਨਾ ਆ। ਔਰ ਇਹਦੇ ਵਿੱਚ ਭਰੋਸੇਯੋਗ ਦੇ ਲਈ ਨੂੰ ਸਮਝਣ ਦੇ ਲਈ ਹੈਨਾ, ਜਾਂ ਵਿਸ਼ਵਾਸਯੋਗਤਾ ਨੂੰ ਸਮਝਣ ਦੇ ਲਈ ਅਸੀਂ ਇੱਕ ਕਰੈਕਟਰ ਨੂੰ ਲੈ ਲਿਆ, ਉਹ ਹੈਗਾ ਆ ਦਾਊਦ। ਹਾਲੇਲੂਇਆ। ਔਰ ਇੱਕ ਜਿਹੜਾ ਵਿਸ਼ਵਾਸਯੋਗ ਨਹੀਂ ਨਿਕਲਿਆ, ਉਸ ਕਰੈਕਟਰ ਨੂੰ ਵੀ ਲਿਆਇਆ, ਉਹ ਹੈਗਾ ਆ ਸ਼ਾਊਲ। ਇਜ਼ਰਾਈਲ ਦਾ ਸਭ ਤੋਂ ਪਹਿਲਾ ਰਾਜਾ ਜਿਹੜਾ ਸੀਗਾ ਉਹ ਕੌਣ ਸੀਗਾ? ਸ਼ਾਊਲ। ਹਾਲੇਲੂਇਆ। ਖੁਦਾ ਦੀ ਵਫਾਦਾਰੀ ਦੇਖੋ, ਚਾਹੇ ਲੋਕਾਂ ਦੀ ਮੰਗ ਉਹਨੇ ਪੂਰੀ ਕੀਤੀ ਪਰ ਉਹਨੇ ਯਾਨੀ ਕਿ ਇਨਕਾਰ ਨਹੀਂ ਕੀਤਾ, ਕਹਿੰਦੇ ਠੀਕ ਹੈ ਇਹਨੂੰ ਲੈ ਲਓ। ਪਰ ਉਸ ਬੰਦੇ ਨੇ ਨਹੀਂ ਜਾਣਿਆ ਆਪਣੇ ਆਪ ਨੇ, ਸਾਡੇ ਸਾਰਿਆਂ ਤੋਂ ਜਿਹੜਾ ਯਾਕੂਬ ਦਾ ਵੰਸ਼ ਆ, ਉਹਨਾਂ ਸਾਰੇ ਵੰਸ਼ ਵਿੱਚ ਸਭ ਤੋਂ ਛੋਟੇ ਗੋਤਰ ਦਾ ਇਹੀ ਹੈ। ਹਾਲੇਲੂਇਆ। ਕੱਦ ਕਾਠ ਤੋਂ ਇਲਾਵਾ ਉਹਦੇ ਵਿੱਚ ਹੋਰ ਕੋਈ ਖੂਬੀ ਹੈਗੀ ਨਹੀਂ। ਫਿਰ ਵੀ ਖੁਦਾ ਨੇ ਕੀ ਕੀਤਾ? ਆਪਣੀ ਪ੍ਰਜਾ ਦੇ ਉੱਤੇ ਰਾਜਾ ਹੋਣ ਦੇ ਲਈ ਉਹਨੂੰ ਮੁਕਰਰ ਕੀਤਾ ਖੁਦਾ ਨੇ। ਹਾਲੇਲੂਇਆ। ਤੇ ਖੁਦਾ ਨੇ ਜਦੋਂ ਆਪਣੀ ਜਗ੍ਹਾ ਤੇ ਉਹਨੂੰ ਮਸਾ ਹੋਣ ਦੇ ਲਈ, ਕੰਮ ਕਰਨ ਦੇ ਲਈ ਕੀਤਾ, ਤੇ ਉਹਨੂੰ ਯਾਦ ਰੱਖਣਾ ਚਾਹੀਦਾ ਸੀਗਾ। ਕਿਉਂਕਿ ਪੁਰਾਣੇ ਕਰੈਕਟਰਾਂ ਤੋਂ ਆਪਾਂ ਇਹੀ ਦੇਖਦੇ, ਉਹਨਾਂ ਨੂੰ ਯਾਦ ਨਹੀਂ ਰਿਹਾ ਜਾਂ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਸਮਝੀ। ਸੋ ਜਿੱਥੇ ਵੀ ਆ, ਸੋ ਜੇ ਵਿਸ਼ਵਾਸਯੋਗਤਾ ਦੀ ਆਪਾਂ ਗੱਲ ਲੈਣੀ ਤੇ ਦੋਨਾਂ ਕਰੈਕਟਰਾਂ ਨੂੰ ਦੇਖ ਸਕਦੇ ਹਾਂ। ਜੇ ਵਿਸ਼ਵਾਸਯੋਗਤਾ ਤੋਂ ਪਰੇ ਰਵਾਂਗੇ ਤੇ ਸ਼ਾਊਲ ਦੀ ਤਰ੍ਹਾਂ ਦੁਸ਼ਟ ਆਤਮਾ ਆ ਕੇ ਤੰਗ ਕਰਨਾ ਸ਼ੁਰੂ ਕਰੂਗਾ। ਜੇ ਵਿਸ਼ਵਾਸਯੋਗ ਰਵਾਂਗੇ ਤੇ ਦਾਊਦ ਵਾਂਗੂ ਪਵਿੱਤਰ ਆਤਮਾ ਅਗਵਾਈ ਕਰੂ। ਹਾਲੇਲੂਇਆ। ਪਵਿੱਤਰ ਆਤਮਾ ਆਪਣੇ ਫਲਾਂ ਦੇਣਾ ਭਰੂਗਾ, ਪਵਿੱਤਰ ਆਤਮਾ ਆਪਣੇ ਵਰਦਾਨਾਂ ਦੇਣਾ ਭਰੂਗਾ, ਪਵਿੱਤਰ ਆਤਮਾ ਆਪਣੇ ਸਾਮਰਥ ਨਾਲ ਭਰੂਗਾ, ਪਵਿੱਤਰ ਆਤਮਾ ਪਿਤਾ ਦੀ ਇੱਛਾ ਨੂੰ ਮੇਰੇ ਜੀਵਨ ਚੋਂ ਕੀ ਕਰੂਗਾ? ਪੂਰਾ ਕਰੂਗਾ। ਦੁਸ਼ਟ ਆਤਮਾ ਕੀ ਕਰੂਗਾ? ਦੁਸ਼ਟ ਆਤਮਾ ਦੇ ਬਾਰੇ ਜਿਹੜਾ ਆਤਮਾ ਸ਼ੈਤਾਨ ਦਾ ਆਤਮਾ ਦੁਸ਼ਟ ਆਤਮਾ ਆ, ਤੇ ਉਹਦੇ ਬਾਰੇ ਕਿਹਾ ਗਿਆ ਸ਼ੈਤਾਨ ਆਉਂਦਾ ਆ ਕਿ ਵੱਡੇ ਹਨਾ ਮਾਰੇ ਤੇ ਨਾਸ਼ ਕਰੇ। ਮੈਂ ਆਇਆ ਕਿ ਤੁਸੀਂ ਜੀਵਨ ਪਾਓ ਤੇ ਬਹੁਤਾਇਤ ਦਾ ਜੀਵਨ ਪਾਓ, ਕਸਰਤ ਦਾ ਜੀਵਨ ਪਾਓ। ਹੌਕਿਆਂ ਵਾਲਾ ਨਹੀਂ, ਕਿੱਦਾਂ ਦਾ ਜੀਵਨ ਪਾਓ ਭਲਾ? ਕਸਰਤ ਦਾ, ਬਹੁਤਾਇਤ ਦਾ, ਭਰਪੂਰ ਜੀਵਨ ਤੁਸੀਂ ਪਾਓ। ਇਸ ਲਈ ਆਓ ਆਪਾਂ ਦੇਖਿਆ ਇਹਦੇ ਵਿੱਚ ਕਿ ਦਾਊਦ ਨੂੰ ਮੌਕਾ ਮਿਲਿਆ। ਦਾਊਦ ਨੂੰ ਹੁਣ ਜਦੋਂ ਮਸਾ ਕਰਤਾ, ਨਾਲ ਹੀ ਉਹਦੇ ਤੇ ਦੁਸ਼ਟ ਆਤਮਾ ਜਿਹੜਾ ਸੀਗਾ ਉਹਨੇ ਆਉਣਾ ਸ਼ੁਰੂ ਕਰਤਾ। ਇਸ ਤੋਂ ਬਾਅਦ ਦੁਸ਼ਟ ਆਤਮਾ ਦੇ ਕੱਢਣ ਦੇ ਲਈ ਉਹਦੇ ਰਾਜ ਦੇ ਵਿੱਚੋਂ, ਉਹਦੇ ਹੀ ਸਾਥੀਆਂ ਵਿੱਚੋਂ, ਸਲਾਹਕਾਰਾਂ ਦੇ ਵਿੱਚੋਂ ਦੱਸਿਆ ਗਿਆ ਕਿ ਦਾਊਦ ਨਾਮ ਦਾ ਇੱਕ ਲੜਕਾ ਆ, ਉਹ ਵਜਾਉਣ ਦੇ ਵਿੱਚ ਬੜਾ ਚਾਤਰ ਆ। ਉਹ ਅਗਰ ਤੇਰੇ ਕੋਲ ਆ ਕੇ ਵਜਾਊਗਾ ਤੇ ਤੇਰੇ ਅੰਦਰਲਾ ਦੁਸ਼ਟ ਆਤਮਾ ਕੀ ਹੋ ਜਾਊਗਾ? ਤੇਰੇ ਤੋਂ ਦੂਰ ਹੋ ਜਾਊਗਾ। ਉਹਨੂੰ ਲੈ ਆਏ ਆ। ਔਰ ਉਸ ਤੋਂ ਬਾਅਦ ਕੀ ਹੋਇਆ ਆ, ਉਹ ਇੱਕ ਟਾਈਮ ਤੇ ਇਦਾਂ ਦਾ ਆਇਆ ਕਿ ਫਲਿਸਤੀਨੀਆਂ ਦੇ ਨਾਲ ਯੁੱਧ ਦੇ ਵੇਲੇ ਉਹਨੇ ਜਿਹੜਾ ਗੋਲੀਅਤ ਸੀਗਾ ਉਹਨੂੰ ਵੀ ਕੀ ਕਰਤਾ? ਮਾਰ ਦਿੱਤਾ। ਪਰ ਉਸ ਤੋਂ ਬਾਅਦ ਜਦੋਂ ਉਹਦਾ ਸਵਾਗਤ ਹੋਇਆ ਤੇ ਲੋਕਾਂ ਨੇ ਕਿਹਾ, ਲੇਡੀਜ਼ ਨੇ, ਜੈਂਟਸ ਨੇ, ਸਭਨਾਂ ਨੇ ਉਹਨਾਂ ਨੂੰ ਕਿਹਾ ਕਿ ਦਾਊਦ ਨੇ ਮਾਰੇ ਲੱਖਾਂ ਤੇ ਸ਼ਾਊਲ ਨੇ ਮਾਰੇ ਹਜ਼ਾਰਾਂ। ਇਹ ਗੱਲ ਜਿਹੜੀ ਉਹਨੂੰ ਚੁੱਭ ਗਈ ਕਿ ਮੈਂ ਰਾਜਾ ਆ, ਮੇਰੇ ਬਾਰੇ ਇਦਾਂ ਦਾ ਕਹਿਣ ਦੇ ਆ, ਛੋਟਾ ਕੰਮ ਕਹਿਣ ਦੇ, ਉਹਦੇ ਲਈ ਵੱਡਾ ਕੰਮ ਕਹੀ ਜਾਂਦੇ। ਤੇ ਜੇ ਹੁਣ ਤੱਕ ਸਿਰਫ ਮੇਰੇ ਤਖਤ ਤੋਂ ਇਲਾਵਾ ਸਾਰਾ ਤਾਂ ਪ੍ਰਜਾ ਦੇ ਵਿੱਚ ਉਹਦਾ ਹੀ ਕੰਮ ਚੱਲ ਰਿਹਾ। ਹਜੇ ਕਿ ਦਾਊਦ ਦੇ ਮਨ ਵਿੱਚ ਇਦਾਂ ਦਾ ਕੁਝ ਵੀ ਹੈ ਨਹੀਂਗਾ। ਹਾਲੇਲੂਇਆ। ਕਿਉਂਕਿ ਉਹਦੇ ਤੇ ਕੀ ਆ ਭਲਾ? ਪਵਿੱਤਰ ਆਤਮਾ ਹੈ। ਔਰ ਉਹ ਕੀ ਆ ਭਲਾ? ਵਿਸ਼ਵਾਸਯੋਗ ਹੈ। ਵਿਸ਼ਵਾਸਯੋਗ ਹੋਣ ਦਾ ਕਰਕੇ ਉਹਦੇ ਮਨ 'ਚ ਕੁਝ ਨਹੀਂ, ਪਰ ਉਹ ਵਿਸ਼ਵਾਸਯੋਗਤਾ ਤੋਂ ਭਟਕ ਗਿਆ, ਦੁਸ਼ ਦੀ ਸ਼ਕਤੀ ਉੱਤੇ ਕੰਮ ਕਰਦੇ, ਉਹਦੇ ਵਿਚਾਰਾਂ ਨੂੰ ਵਿਗਾੜਦੀ ਆ ਤੇ ਉਹ ਉਹਦੇ ਲਈ ਗਲਤ ਸੋਚੀ ਜਾਂਦਾ। ਵਿੱਚ ਲੜਕਾ ਆ ਗਿਆ, ਉਹਨੇ ਤਾਂ ਮਨ ਬਣਾ ਲਿਆ ਮੈਂ ਇਹਨੂੰ ਕੀ ਕਰ ਦੇਣਾ ਭਲਾ? ਖਤਮ ਹੀ ਕਰ ਦੇਣਾ। ਪਰ ਉਹਦਾ ਹੀ ਬੇਟਾ ਆ ਗਿਆ ਸ਼ਾਊਲ ਦਾ ਹੀ, ਤੇ ਉਹਨੇ ਉਹਨੂੰ ਕਿਹਾ ਵੀ ਤੂੰ ਉਹਦੇ ਨਾਲ ਇਦਾਂ ਦਾ ਕੰਮ ਨਾ ਕਰ। ਆ ਜਾਓ ਫਿਰ ਅੱਗੇ ਕੀ ਹੋ ਗਿਆ। ਪਹਿਲਾ ਸੈਮੂਅਲ 19:8। ਪਹਿਲਾ ਸੈਮੂਅਲ 19:8। ਫਿਰ ਲੜਾਈ ਹੋਈ ਅਤੇ ਦਾਊਦ ਨਿਕਲਿਆ ਅਰ ਫਿਲਿਸਤੀਆਂ ਨਾਲ ਲੜਿਆ ਅਤੇ ਵੱਡੀ ਵਾੜ ਕਰਕੇ ਉਹਨਾਂ ਨੂੰ ਇਉਂ ਮਾਰਿਆ ਕਿ ਉਹ ਉਸਦੇ ਅੱਗੋਂ ਨੱਸ ਗਏ। ਅੱਗੋਂ ਪੜ੍ਹ। 8 ਠੀਕ ਹੈ ਜੀ। ਸੋ ਜਦੋਂ ਸ਼ਾਊਲ ਨੂੰ ਉਹਦੇ ਬੇਟੇ ਨੇ ਤਾਂ ਕਿਹਾ ਵੀ ਉਹਦੇ ਨਾਲ ਇਦਾਂ ਨਾ ਕਰ, ਤੇ
वचन नहीं दसदा कि उन्होंने फिर उन्हें अपने को की कर लिया, पहला रख लिया। ਉਹਦਾ हिंट लिख लो, पवित्र आत्मा नाल यानी कि ਜਿਹੜਾ ਖਤਰਨਾਕ ਜਿਹੜੀ ਗੱਲ ਹੈ ਜਿਹੜੀ ਆਪਾਂ ਹੁਣ ਲਿਖਣ ਲੱਗੇ ਆ, ਇਹਨੂੰ ਸਮਝਣਾ ਵੀ ਪੈਣਾ ਸੀ। ਕੱਲ ਲਿਖਣਾ ਨਹੀਂ, ਇਹਨੂੰ ਸਮਝਣਾ ਨਹੀਂ। ਪਵਿੱਤਰ ਆਤਮਾ ਨਾਲ ਭਰਿਆ ਹੋਇਆ ਦਾਊਦ ਦੁਸ਼ਟ ਆਤਮਾ ਨਾਲ ਭਰੇ ਹੋਏ ਸ਼ਾਉਲ ਦੇ ਅਧੀਨ ਰਹਿਣ ਲੱਗਾ। ਕੀ ਇਹ ਹੋ ਸਕਦਾ ਵੀ ਇਦਾਂ ਹੋ ਜਾਏ? ਆਪਾਂ ਤਾਂ ਪਵਿੱਤਰ ਆਤਮਾ ਨਾਲ ਭਰੇ ਹੋਏ ਦਾਸ ਦੇ ਅਧੀਨ ਰਹਿੰਦੇ ਨਹੀਂ, ਤੇ ਦੁਸ਼ਟ ਆਤਮਾ ਦੇ ਨਾਲ ਕਿੱਥੋਂ ਅਧੀਨ ਰਹਿ ਸਕਦੇ? ਹਾਲੇਲੂਇਆ। ਕਦੀ ਵੀ ਕੋਈ ਗੱਲਬਾਤ ਕਰਨ ਵੇਲੇ ਅੱਜ ਲੋਕੀ ਸੋਚਦੇ ਆ ਪਾਦਰੀ ਲਈ ਅਸੀਂ ਕੀ ਕਹਿ ਰਹੇ ਹਾਂ, ਜੇਕਰ ਮੱਸਾ ਹੋਇਆ ਹੋਇਆ। ਪਰ ਇੱਥੇ ਆਪਾਂ ਦੇਖਦੇ ਹਾਂ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਦਾਊਦ ਦੁਸ਼ਟ ਆਤਮਾ ਨਾਲ ਭਰੇ ਹੋਏ ਸ਼ਾਉਲ ਦੇ ਅਧੀਨ ਰਹਿਣ ਲੱਗਾ। ਗੱਲ ਚ ਭੇਤ ਆ ਹੋ ਜਾ। ਅੱਗੇ ਦੂਸਰੀ ਗੱਲ ਲਿਖ ਲਓ, ਪਰ ਅੱਜ ਲੋਕ ਆਤਮਾ ਨਾਲ ਭਰੇ ਹੋਏ ਲੋਕਾਂ ਦੇ ਅਧੀਨ ਹੀ ਨਹੀਂ ਰਹਿਣਾ ਚਾਹੁੰਦੇ। नंबर 3, परमेश्वर कई बार मस्सा गवाए हुए दे अधीन। परमेश्वर किहदे वल्लों हो रहा भला? ये चैकिंग दाऊद दी कौन कर रहा भला? परमेश्वर खुद कर रहा है। हालेलुया। क्योंकि ये जिहड़ा दाऊद है ना, ये किहदे मन अनुसार है? हाँ, जिहड़ा मेरे मन अनुसार है ना, देखा कि ये ਉਹਦੇ ਅਧੀਨ ਰਹਿੰਦਾ ਹੈ ਜਿਹਦੇ ਉੱਤੇ ਦੁਸ਼ਟ ਆਤਮਾ ਦਾ ਪਹਿਰਾ ਹੈ ਨਾ। ਸੋ ਜੇ ਤੇ ਦੁਸ਼ਟ ਆਤਮਾ ਦਾ ਪਹਿਰਾ, ਉਹਦੇ ਵਿਚਾਰ ਵੀ ਕੀ ਹੋ ਗਏ ਭਲਾ? ਦੁਸ਼ਟ ਹੋ ਗਏ। ਹਾਂ, ਪਰਮੇਸ਼ਰ ਕਈ ਵਾਰ ਮੱਸਾ ਗਵਾਏ ਹੋਏ ਦੇ ਅਧੀਨ ਮੱਸਾ ਪਾਏ ਹੋਏ ਨੂੰ ਰੱਖ ਕੇ ਪਰਖਦਾ ਹੈ। ਉੱਥੇ ਸਾਡੀ ਜਾਂਚ ਹੈ। ਬਹੁਤੇ ਜਦੋਂ ਇਹ ਉਪਦੇਸ਼ ਸੁਣਦੇ ਜਾਂ ਸਾਨੂੰ ਕਈ ਥਾਵਾਂ ਤੇ ਦੂਸਰੀਆਂ ਕਲੀਸਿਆਵਾਂ ਦੇ ਵਿੱਚ ਦੂਸਰੇ ਸੰਗਤੀ ਦੇ ਲੋਕਾਂ ਨਾਲ ਵਚਨ ਸੁਣਾਉਣ ਦਾ ਮੌਕਾ ਮਿਲਦਾ, ਤੇ ਉਹ ਆ ਕੇ ਕਹਿੰਦੇ ਵੀ ਆਹ ਹਿਸਾਬ ਨਾਲ ਤਾਂ ਸਾਡੀ ਕਲੀਸਿਆ ਵਿੱਚ ਤਾਂ ਗੱਲਬਾਤਾਂ ਹੈ ਨਹੀਂ, ਸਾਡੇ ਪਾਦਰੀ ਕੋਲ ਤਾਂ ਆ ਰਹੀਆਂ ਗੱਲਾਂ ਹੈ ਨਹੀਂ ਗੀਆਂ। ਹਾਲੇਲੂਇਆ। ਸੋ ਅਸੀਂ ਪਹਿਲਾ ਸਟੈਪ ਉਹਨਾਂ ਨੂੰ ਇਹੀ ਦੇਈਦਾ ਵੀ ਸਭ ਤੋਂ ਪਹਿਲਾਂ ਤੂੰ ਉੱਥੇ ਪ੍ਰਮਾਣ ਦੇ ਜਿੱਥੇ ਹੈਗਾ ਹੈ, ਕਿਉਂਕਿ ਉੱਥੇ ਪ੍ਰਮਾਣ ਦਊਂਗਾ ਤੇ ਤੂੰ ਹੋਰਾਂ ਤੱਕ ਵੀ ਕੀ ਕਰੂੰਗਾ? ਸੱਚ ਨੂੰ ਪਹੁੰਚਾਉਣ ਦੇ ਲਈ ਤੇਰੀ ਮਿਹਨਤ ਹੋ ਜਾਊਗੀ। ਹਾਲੇਲੂਇਆ। ਆਜੋ। ਤਾਂ ਕਿ ਪਤਾ ਲੱਗ ਸਕੇ ਕਿ ਲਿਖੋ, ਤਾਂ ਕਿ ਅੱਗੇ ਚੌਥੀ ਗੱਲ, ਤਾਂ ਕਿ ਪਤਾ ਲੱਗੇ ਕਿ ਇਸ ਦੇ ਅੰਦਰ ਰੁਤਬੇ ਜਾਂ ਕੁਰਸੀ ਦੀ ਇੱਛਾ ਜਾਂ ਲਾਲਚ ਹੈ। ਕਾਹਦੇ ਲਈ ਪਰਖ ਰਿਹਾ ਪਰਮੇਸ਼ਰ? ਦੁਸ਼ਟ ਆਤਮਾ ਦੇ ਅੰਡਰ ਰਹਿਣ ਵਾਲੇ ਨੂੰ ਪਵਿੱਤਰ ਆਤਮਾ ਦੇ ਕੇ ਉਹਦੇ ਅਧੀਨ ਕਰ ਰਿਹਾ ਆ। ਪਰਖ ਦੇ ਵਿੱਚ ਵਿਚਾਰ ਕੀ ਹੈ ਪਰਮੇਸ਼ਰ ਦਾ? ਤਾਂ ਕਿ ਪਤਾ ਲੱਗੇ ਕਿ ਇਸ ਦੇ ਅੰਦਰ ਜਿਹੜਾ ਦਾਊਦ ਆ, ਉਹਦੇ ਅੰਦਰ ਰੁਤਬੇ ਜਾਂ ਕੁਰਸੀ ਦੀ ਇੱਛਾ ਹੈ ਜਾਂ ਲਾਲਚ ਹੈ। ਹੁਣ ਇੱਥੇ ਪਰਮੇਸ਼ਰ ਕੀ ਪਰਖ ਰਿਹਾ ਭਲਾ? ਹੁਣ ਮਸਾ ਤਾਂ ਮਿਲ ਗਿਆ, ਰਾਜਾ ਲਈ ਉਹ ਮਸਾ ਕੀਤਾ ਗਿਆ, ਰਾਜਾ ਹੋਣ ਲਈ ਮਸਾ ਕੀਤਾ ਗਿਆ ਹੈ, ਤੇ ਉਹਨੂੰ ਵੇਟ ਕਰਨੀ ਨਹੀਂ ਚਾਹੀਦੀ। ਜਦੋਂ ਚਾਹੇ ਜਾ ਕੇ ਛੋੜ ਨੂੰ ਕੀ ਕਰ ਸਕਦਾ? ਧੌਣ ਲਾ ਸਕਦਾ ਆ, ਕਿਉਂਕਿ ਸਾਮਰਥ ਉੱਪਰੋਂ ਵੀ ਹੈਗੀ ਆ ਤੇ ਪਰਮੇਸ਼ਰ ਵੱਲੋਂ ਅਧਿਕਾਰ ਮਿਲਿਆ ਹੈ। ਹਾਲੇਲੂਇਆ। ਸੋ ਜਦੋਂ ਚਾਹੇ ਉਹ ਤਖਤ ਤੇ ਉਹਨੂੰ ਯਾਨੀ ਕਿ ਲਾ ਸਕਦਾ ਹੈ। ਪਰ ਪਰਮੇਸ਼ਰ ਹੁਣ ਦੇਖਦਾ ਵੀ ਮੱਸਾ ਪਾ ਲਿਆ ਹੈ ਕਿ ਇਹਦੇ ਚ ਸਬਰ ਹੈ, ਵੀ ਉਹ ਟਾਈਮ ਤੱਕ ਇਹ ਸਬਰ ਕਰਦਾ ਹੈ। ਪਰ ਦਾਊਦ ਦੇ ਮਨ ਵਿੱਚ ਸ਼ਾਉਲ ਦਾ ਨੁਕਸਾਨ ਕਰਨ ਦਾ ਕੋਈ ਵੀ ਮਨ ਹੈਗਾ ਨਹੀਂ, ਭਾਵੇਂ ਉਹ ਮੱਸਾ ਹੋ ਚੁੱਕਾ, ਭਾਵੇਂ ਉਹਨੂੰ ਪਤਾ ਉਹ ਜਿਹੜੀ ਸੀਟ ਤੇ ਬਹਿੰਦਾ ਨਾ ਉਹ ਮੇਰੀ ਆ, ਪਰ ਉਹਦੇ ਲਈ ਕੋਈ ਚੇਤਾਵਨੀ ਦਿੰਦਾ, ਉਹਦੇ ਲਈ ਖਬਰਦਾਰੀ ਵੀ ਕੋਈ ਕਰਦਾ। ਹਾਲੇਲੂਇਆ। ਇਹ ਗੱਲਾਂ ਸਾਨੂੰ ਕੁਝ ਸਿਖਾਉਂਦੀਆਂ। ਦਾਊਦ ਦਾ ਮਨ ਹੈ ਕਿ ਪਰਮੇਸ਼ਰ ਨੇ ਸ਼ਾਉਲ ਤੋਂ, ਪੰਜਵੀਂ ਗੱਲ, ਦਾਊਦ ਦਾ ਮਨ ਹੈ ਕਿ ਪਰਮੇਸ਼ਰ ਨੇ ਸ਼ਾਉਲ ਤੋਂ ਮੱਸਾ ਹਟਾਇਆ ਹੈ। ਕਿਹਨੇ ਮੱਸਾ ਹਟਾਇਆ? ਦਾਊਦ ਦੀ ਸੋਚ ਕੀ ਆ? ਕਿਹਨੇ ਸ਼ਾਉਲ ਤੋਂ ਮੱਸਾ ਹਟਾਇਆ ਹੈ? ਪਰਮੇਸ਼ਰ ਨੇ। ਅਤੇ ਪਰਮੇਸ਼ਰ ਹੀ ਉਸ ਨੂੰ ਕੁਰਸੀ ਤੋਂ ਹਟਾਏਗਾ। ਕੀ ਮੰਨਿਆ ਉਹਦਾ? ਮੈਂ ਨਹੀਂ ਹਟਾਉਣਾ,
ਜੇ ਪਰਮੇਸ਼ਰ ਵੱਲੋਂ ਤੇ ਮੈਂ ਵਿੱਚ ਐਵੇਂ ਕਦੋਂ ਕਰਾਂ? ਜੇ ਪਰਮੇਸ਼ਰ ਮੇਰੇ ਲਈ ਉਤਾਵਲ ਆਇਆ, ਜਲਦੀ ਉਹ ਚਾਹੁੰਦਾ ਵੀ ਉੱਥੇ ਮੈਂ ਬੈਠਾ, ਤੇ ਉਹ ਆਪੇ ਜਲਦੀ ਉਹਨੂੰ ਕਰੇ, ਮੈਨੂੰ ਕੀ ਲੋੜ? ਹਾਲੇਲੂਇਆ। ਕਾਸ਼ ਕਿ ਇਦਾਂ ਦੇ ਸਬਰ ਸਿੱਧਕ ਸਾਡੇ ਕੋਲ ਹੋਣੇ ਚਾਹੀਦੇ। ਜਿਹਨੇ ਕਿਦਾਂ ਉਹਦੇ ਤੋਂ ਆਤਮਾ ਹਟਾਇਆ ਆ, ਮਸਾ ਹਟਾਇਆ, ਉਹੀ ਉਹਨੂੰ ਕਿੱਥੋਂ ਹਟਾਊਗਾ? ਕੁਰਸੀ ਤੋਂ ਹਟਾਊਗਾ। ਤਾਂ ਹੀ ਮੈਂ ਬੈਠਾਂਗਾ, ਨਹੀਂ ਤਾਂ ਨਹੀਂ ਬੈਠਾਂਗਾ। ਉਸ ਤਾਕਤ ਹਾਲੇਲੂਇਆ। ਸੋ ਜਿੱਦਾਂ ਪਰਮੇਸ਼ਰ ਦਾ ਮੰਨਿਆ, ਆਪਾਂ ਵਚਨ ਚ ਪੜਿਆ ਹੋਇਆ ਨਾ, ਜਿਹੜੇ ਬਾਈਬਲ ਪੜ੍ਹਦੇ ਆ ਕਿ ਪਰਮੇਸ਼ਰ ਕਿਸੇ ਪਾਪੀ ਦੀ ਮੌਤ ਤੋਂ ਖੁਸ਼ ਹੈ ਨਹੀਂਗਾ। ਸੋ ਇਹਨੇ ਵੀ ਪਾਪ ਕੀਤਾ ਸੀ, ਪਾਪੀ ਹੋ ਗਿਆ ਸੀ ਨਾ। ਜਦੋਂ ਦੁਸ਼ਟ ਆਤਮਾ ਨੇ ਆਉਣਾ ਸ਼ੁਰੂ ਕਰਤਾ, ਪਰਮੇਸ਼ਰ ਦਾ ਆਤਮਾ ਤੋਂ ਚੱਕਿਆ ਗਿਆ। ਤੇ ਜਦੋਂ ਦਾਊਦ ਮਾਰਿਆ ਗਿਆ, ਸ਼ਾਉਲ ਮਾਰਿਆ ਗਿਆ ਸੀ, ਦਾਊਦ ਨੇ ਨਹੀਂ ਸੀ ਮਾਰਿਆ। ਸ਼ਾਉਲ ਜਦੋਂ ਮਾਰਿਆ ਗਿਆ ਤੇ ਦਾਊਦ ਨੇ ਵੈਣ ਪਾਏ ਸੀ, ਵੈਣ। ਹਾਲੇਲੂਇਆ। ਯਾਨੀ ਕਿ ਇੰਨਾ ਦਰਦ ਸੀ ਉਹਨੂੰ। ਸੋ ਸੇਮ ਪਰਮੇਸ਼ਰ ਵਾਲਾ ਮਨ ਦਾਊਦ ਨੇ ਦਿਖਾਇਆ। ਵੀ ਉਹਦੀ ਮੌਤ ਤੇ ਖੁਸ਼ ਨਹੀਂ ਹੋਇਆ। ਹੁਣ ਤਾਂ ਖੁਸ਼ ਹੋਣਾ ਚਾਹੀਦਾ, ਚਲੋ ਵੀ ਜਾ ਕੇ ਆਪਾਂ ਰਾਜ ਤੇ ਕਰਵਾਈਏ। ਪਰ ਉਹ ਤੇ ਕੀ ਕਰ ਰਿਹਾ? ਵੈਣ ਪਾ ਰਿਹਾ, ਰੋਣ ਡਿਆ, ਦੁਹਾਈ ਦੇਣ ਡਿਆ। ਹਾਲੇਲੂਇਆ। ਆ ਜਾਓ। ਅਗਲੀ ਗੱਲ, ਦਾਊਦ ਦੁਸ਼ਟ ਸ਼ਾਉਲ ਨੂੰ ਪਰਮੇਸ਼ਰ ਦੇ ਨਾਮ ਵਿੱਚ ਝਿੜਕ ਸਕਦਾ ਸੀ। ਜੋ ਅਭਿਸ਼ੇਕ ਉਹਦੇ ਕੋਲ ਸੀ ਪਰਮੇਸ਼ਰ ਦੇ ਨਾਮ ਦੇ ਵਿੱਚ, ਸ਼ਾਉਲ ਨੂੰ ਦਾਊਦ ਕੀ ਕਰ ਸਕਦਾ ਸੀ ਭਲਾ? ਝਿੜਕ ਸਕਦਾ ਸੀ, ਝਿੜਕ ਸਕਦਾ ਸੀ। ਕੁਰਸੀ ਤੋਂ ਉਤਾਰ ਸਕਦਾ ਸੀ। ਪਹਿਲਾ ਸੈਮੂਅਲ 19 ਅਧਿਆਇ ਦੀ 9 ਤੋਂ 12 ਆਇਤ ਪੜ੍ਹ ਲਓ। ਪਹਿਲਾ ਸੈਮੂਅਲ 19 ਅਧਿਆਇ ਦੀ 9 ਤੋਂ 12 ਆਇਤ। ਯਹੋਵਾ ਵੱਲੋਂ ਉਹ ਦੁਸ਼ਟ ਆਤਮਾ ਸ਼ਾਉਲ ਉੱਤੇ ਚੜਿਆ। ਯਹੋਵਾ ਵੱਲੋਂ ਦੁਸ਼ਟ ਆਤਮਾ ਸ਼ਾਉਲ ਉੱਤੇ ਚੜਿਆ। ਉਹ ਆਪਣੇ ਘਰ ਵਿੱਚ ਇੱਕ ਸਾਂਗ ਆਪਣੇ ਹੱਥ ਵਿੱਚ ਫੜ ਕੇ ਬੈਠਾ ਹੋਇਆ ਸੀ। ਹਾਂ। ਅਤੇ ਦਾਊਦ ਹੱਥ ਨਾਲ ਵਜਾ ਰਿਹਾ ਸੀ। ਸ਼ਾਉਲ ਨੇ ਚਾਹਿਆ ਭਈ ਦਾਊਦ ਨੂੰ ਕੰਧ ਨਾਲ ਵਿੰਨਾ, ਪਰ ਦਾਊਦ ਸ਼ਾਉਲ ਦੇ ਅੱਗੋਂ ਖਿਸਕ ਗਿਆ ਅਤੇ ਸਾਂਗ ਕੰਧ ਦੇ ਵਿੱਚ ਜਾ ਖੁੱਪੀ। ਸੋ ਦਾਊਦ ਉਸ ਰਾਤ ਭੱਜ ਕੇ ਬਚ ਗਿਆ। ਸ਼ਾਉਲ ਨੇ ਉਸ ਦੀ ਰਾਖੀ ਕਰਨ ਅਤੇ ਸਵੇਰੇ ਉਸ ਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਹਲਕਾਰੇ ਘੱਲੇ। ਅਤੇ ਦਾਊਦ ਦੀ ਵਹੁਟੀ ਮੀਕਲ ਨੇ ਉਸ ਨੂੰ ਖਬਰ ਦੇ ਕੇ ਆਖਿਆ, ਜੇ ਤੂੰ ਅੱਜ ਰਾਤ ਨੂੰ ਆਪਣੀ ਜਾਨ ਨਾ ਬਚਾਵੇਂ ਤਾਂ ਭਲਕੇ ਮਾਰਿਆ ਜਾਵੇਗਾ। ਮੀਕਲ ਨੇ ਦਾਊਦ ਨੂੰ ਬਾਰੀ ਵਿੱਚੋਂ ਹੇਠਾਂ ਲਾ ਦਿੱਤਾ। ਸੋ ਉਹ ਗਿਆ ਤੇ ਭੱਜ ਕੇ ਬਚ ਗਿਆ। ਇਸੇ ਦੇ ਵਿੱਚ ਹੈ ਨਾ 19 ਅਧਿਆਇ ਦੇ ਵਿੱਚ, ਪਹਿਲਾ ਸੈਮੂਅਲ 19 ਅਧਿਆਇ ਵਿੱਚ ਹੈ ਨਾ, ਆਪਣੇ ਸ਼ਾਉਲ ਆਪਣੇ ਪੁੱਤਰ ਦੇ ਨਾਲ ਵਾਅਦਾ ਕਰ ਰਿਹਾ ਹੈ। ਇੱਥੇ ਹੀ ਆ ਦੇ ਲੋ, 2-4 ਐਤਾਂ ਦੇ ਵਿੱਚ ਕੀ ਹੋ ਗਿਆ ਭਲਾ? ਟੁੱਟ ਗਿਆ। ਇਹਦਾ ਮਤਲਬ ਦੁਸ਼ਟ ਆਤਮਾ ਜਿਹਦੇ ਉੱਤੇ ਆ, ਜਿਹਦੇ ਤੇ ਪਹਿਰਾ ਆ, ਉਹ ਆਤਮਾ ਪਾਏ ਦੇ ਹੋਏ ਉਹਨੇ ਕੀ ਰਹਿਣਾ ਆ? ਵਿਰੋਧ ਹੀ ਰਹਿਣਾ। ਹਾਲੇਲੂਇਆ। ਸੋ ਉਹਨੇ ਕੀ ਕੀਤਾ? ਉਹ ਜਿਹੜਾ ਉਹਦੇ ਕੋਲ ਸੀਗਾ ਨੇਜਾ, ਉਹਨੇ ਕੀ ਕਰਤਾ? ਸਿੱਧਾ ਉਹਦੇ ਤੇ ਮਾਰਿਆ, ਪਰ ਦਾਊਦ ਕੀ ਹੋ ਗਿਆ? ਉੱਥੋਂ ਬਚ ਗਿਆ। ਫਿਰ ਹਲਕਾਰੇ ਵੀ ਭੇਜੇ ਪਤਾ ਲੈਣ ਵੀ ਉਹ ਘਰੇ ਆ, ਕਿੱਥੇ ਆ, ਉਹਨੂੰ ਮਾਰ ਦਿੱਤਾ ਜਾ। ਇਹ ਪਲਾਨ ਕੌਣ ਕਰੀ ਜਾ ਰਿਹਾ ਹੈ? ਸ਼ਾਉਲ ਨਿਸ਼ਾਨੇ ਤੋਂ ਕੀ ਹੋ ਗਿਆ ਭਲਾ? ਹਟ ਗਿਆ। ਹਾਲੇਲੂਇਆ। ਪਰ ਦਾਊਦ ਕੀ ਆ? ਦੱਬੇ ਜਾ ਰਿਹਾ। ਹਾਲੇਲੂਇਆ। ਲਿਖੋ, ਇੱਥੇ ਵੀ ਪਰਮੇਸ਼ਰ ਵੱਲੋਂ ਹੀ ਦਾਊਦ ਤੇ ਦੁਸ਼ਟ ਆਤਮਾ ਦੁਆਰਾ ਅਟੈਕ ਕੀਤਾ ਗਿਆ। ਪਹਿਲਾਂ ਆਪ ਪੜ ਗਏ, ਪਰਮੇਸ਼ਰ ਵੱਲੋਂ ਸ਼ਾਉਲ ਨੂੰ ਦੁਸ਼ਟ ਆਤਮਾ ਸਤਾਉਣ ਲੱਗਾ। ਹੁਣ ਇੱਥੇ ਵੀ ਆਪਾਂ ਕੀ ਦੇਖਦੇ? ਕਿਹਦੇ ਵੱਲੋਂ ਆ ਰਿਹਾ ਹੈ? ਪਰਮੇਸ਼ਰ ਵੱਲੋਂ ਆ ਰਿਹਾ। ਦੇਖ ਲਓ, ਇੱਕ ਪਾਸੇ ਉਹਨੇ ਆਪਣਾ ਮੱਸਾ ਕੀਤਾ ਹੋਇਆ, ਸਾਹਮਣੇ ਰੱਖਿਆ ਪਿਆ ਹੈ। ਇੱਕ ਪਾਸੇ ਦੁਸ਼ਟ ਆਤਮਾ ਭੇਜ ਕੇ ਉਹਦੇ ਹੱਥ ਵਿੱਚ ਕੀ ਫੜਾਤਾ ਹੋਇਆ ਹੈ? ਨੇਜਾ। ਏਦਾਂ ਦਾ ਕੰਮ ਹੈ ਪ੍ਰਭੂ। ਹਾਂਜੀ। ਇੱਥੇ ਵੀ ਪਰਮੇਸ਼ਰ ਵੱਲੋਂ ਹੀ ਦਾਊਦ ਤੇ ਦੁਸ਼ਟ ਆਤਮਾ ਦੁਆਰਾ ਅਟੈਕ ਕੀਤਾ ਗਿਆ। ਅਗਲੀ ਗੱਲ ਹੈਗੀ, ਸ਼ਾਉਲ ਦੇ ਅਟੈਕ ਕਰਨ ਦੇ ਬਾਵਜੂਦ ਵੀ
दाऊद ने बाहर किसी नूं नहीं दसिया। शौल दे अटैक करने के बावजूद भी दाऊद ने बाहर किसी नूं नहीं दसिया भी राजे ने मेरे ते की कीता भाई, ना अपने घरदियां नूं ना होर किसी नूं राज दे विच किसी नूं नहीं दसिया नहीं शौल ने मेरे ते की कीता आ अटैक। ते अज तां मसा कीता होया किते अटैक कर दे ते किथे किथे रौली पै जांदी आ। अज पादरी ने मेरे ते लाती है ना, इदां मैं नहीं हुण जाना, तुम भी ना जाओ, तो बंदे का मुंह देख के या उसकी करतूत देख के उत्ते अटैक कर दिंदा। इदां ही गल्लां जिथे किसी भी चर्च विच ला लो सारे पासे की चलदा है, यही काम ही चलदे है। मस्सा कीता होया भी कई बारी अटैक करदा ना ते ओ भी बर्दाश्त हुंदा नहीं। हालेलुया। किसी नूं ना कहण दी तां गल ही छड्डो, सारे पासे डौंडी की कीती जांदी आ, पिट्टी जांदी आ। ਇਹਦਾ ਮਤਲਬ ਹੈ ਵੀ ਅਸੀਂ ਦੇਖਣਾ ਹੈ ਆਪਣੇ ਆਪ ਨੂੰ। ਅਟੈਕ ਜਦੋਂ ਸਾਡੇ ਤੇ ਹੁੰਦਾ ਆ ਕਿਸੇ ਵੀ ਪ੍ਰਕਾਰ ਦੇ ਨਾਲ ਹੁੰਦਾ ਆ, ਅਸੀਂ ਉਹਦੇ ਤੋਂ ਆਪਣੇ ਆਪ ਨੂੰ ਸੇਫ ਕਰਦੇ ਆ ਤੇ ਉਸ ਤੋਂ ਬਾਅਦ ਸਾਡਾ ਅਟੈਕ ਕਰਨ ਵਾਲੇ ਦੇ ਪ੍ਰਤੀ ਮਨ ਕਿਦਾਂ ਦਾ ਹੈਗਾ ਆ, ਇਹ ਗੱਲ ਨੂੰ ਵੀ ਅਸੀਂ ਆਪਣੀ ਦੌੜ ਦੇ ਵਿੱਚ ਕੀ ਕਰਨਾ ਹੈ, ਲੈ ਕੇ ਚੱਲਣਾ ਹੈ। ਦੌੜੀ ਜਾ ਰਹੇ ਆ ਤੇ ਕਿਸੇ ਨੇ ਕੋਈ ਮੰਨ ਲਓ ਅਟੈਕ ਕਰਤਾ ਤੇ ਮਨ ਉਹਦੇ ਤੇ ਆ ਕੋਈ ਗੱਲ ਨਹੀਂ, ਮੌਕਾ ਮਿਲਿਆ ਤੇ ਤੈਨੂੰ ਕੀ ਕਰੂੰਗਾ ਭਲਾ, मौका रहन दे। हालेलुया हालेलुया। कहा जाए पहला सैमुअल 24 दे 1 ਤੋਂ 5 है। पहला सैमुअल 24 दे 1 ਤੋਂ 5 है। ਅਜਿਹਾ ਹੋਇਆ, ਸੁਣਿਓ ਧਿਆਨ ਦੇ ਨਾਲ, ਇਹ ਵਚਨ ਤੁਹਾਨੂੰ ਆ ਵਚਨ ਜਿਹੜੇ ਪੜ੍ਹੇ ਜਾਂਦੇ ਉਹ ਵੀ ਧਿਆਨ ਨਾਲ ਸੁਣਨੇ ਪੈਣੇ ਆ, ਫਿਰ ਇਹਦੇ ਵਿਖਾਨ ਕਰਦੇ ਆ ਉਹ ਸਮਝ ਆਉਣਾ। ਹਾਂ। ਅਜਿਹਾ ਹੋਇਆ ਜਦ ਸ਼ਾਉਲ ਫਿਲਿਸਤੀਆਂ ਦਾ ਪਿੱਛਾ ਕਰਨ ਤੋਂ ਮੁੜ ਪਿਆ ਤਾਂ ਲੋਕਾਂ ਨੇ ਉਹਨੂੰ ਖਬਰ ਦਿੱਤੀ ਕਿ ਵੇਖੋ ਦਾਊਦ ਇੱਕ ਗਦੀ ਦੀ ਉਜਾੜ ਵਿੱਚ ਹੈ। ਤਦ ਸ਼ਾਉਲ ਸਾਰੇ ਇਜ਼ਰਾਈਲ ਵਿੱਚੋਂ 3000 ਚੁਣਵੇਂ ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰੇ ਵੱਲ ਦਾਊਦ ਅਤੇ ਉਹਦੇ ਮਨੁੱਖਾਂ ਨੂੰ ਭਾਲਣ ਤੁਰਿਆ। ਕਿੰਨੇ ਜਣੇ ਲੈ ਲਏ ਬਈ? 3000 ਲੈ ਕੇ ਚੱਲੇ। ਹਾਂਜੀ। ਤਦ ਉਹ ਭੇਡਾਂ ਦੇ ਵਾੜਿਆਂ ਨੂੰ ਅੱਪੜ ਪਿਆ ਜੋ ਪਹੇ ਦੇ ਕੋਲ ਸਨ। ਉੱਥੇ ਇੱਕ ਖੁੰਦਰ ਸੀ, ਸੋ ਸ਼ਾਉਲ ਸੁਚੇਤੇ ਫਿਰਨ ਲਈ ਉਸ ਖੁੰਦਰ ਵਿੱਚ ਵੜ ਗਿਆ ਅਤੇ ਉਸ ਵੇਲੇ ਦਾਊਦ ਆਪਣੇ ਮਨੁੱਖਾਂ ਸਣੇ ਉਸੇ ਖੁੰਦਰ ਦੀਆਂ ਨੁਕਰਾਂ ਵਿੱਚ ਬੈਠਾ ਹੋਇਆ ਸੀ। ਹਾਂ, ਜਿਹੜੀ ਸੁਰੰਗ ਜੀ ਦੇ ਵਿੱਚੋਂ ਦਾਊਦ ਚੌਲ ਥੋੜਾ ਟਹਿਲਣ ਲੱਗਾ ਨਾ, ਉਹਦੇ ਹੀ ਗਾਂ ਜਾ ਕੇ ਨੁਕਰਾਂ ਦੇ ਵਿੱਚ ਕੌਣ ਸੀਗਾ ਭਲਾ? ਦਾਊਦ ਵੀ ਉੱਥੇ ਹੀ ਸੀਗਾ। ਸੁਣੋ ਧਿਆਨ ਨਾਲ ਗੱਲ। ਹਾਂ। ਦਾਊਦ ਦੇ ਮਨੁੱਖਾਂ ਨੇ ਉਹਨੂੰ ਆਖਿਆ, ਵੇਖੋ ਉਹ ਦਿਨ ਆਇਆ ਹੈ ਜੋ ਯਹੋਵਾ ਨੇ ਤੁਹਾਨੂੰ ਆਖਿਆ ਸੀ ਕਿ ਵੇਖ ਮੈਂ ਤੇਰੇ ਵੈਰੀ ਨੂੰ ਭਈ ਜੋ ਤੈਨੂੰ ਭਾਵੇ ਸੋ ਉਹਦੇ ਨਾਲ ਕਰਨ ਲਈ ਤੇਰੇ ਹੱਥ ਵਿੱਚ ਕਰ ਦਿਆਂਗਾ। ਹੱਥ ਵਿੱਚ ਕਰ ਦਿਆਂਗਾ। ਦੇਖ ਲੈ, ਪਰਮੇਸ਼ਰ ਨੇ ਵੀ ਕਿਹਾ ਹੋਇਆ ਆ ਕਿ ਤੇਰੇ ਵੈਰੀ ਨੂੰ ਕੀ ਕਰ ਦੂੰਗਾ? ਹੱਥ ਵਿੱਚ ਕਰ ਦੂੰਗਾ। ਜਿੱਦਾਂ ਮਰਜ਼ੀ ਉਹਦੇ ਨਾਲ ਕਰ ਲਈ। ਘੁਸਰ ਮੁਸਰ ਹੋ ਰਹੀ ਹੈ ਪਿੱਛੇ ਨੁਕਰਾਂ ਜਿਹੜੇ ਲੱਗੀ ਸਮੁੰਦਰੀਆਂ 'ਚ। ਹਾਂਜੀ ਹਾਂਜੀ। ਤਦ ਦਾਊਦ ਨੇ ਮਲਕੜੇ ਉੱਠ ਕੇ ਸ਼ਾਉਲ ਦੀ ਚੱਦਰ ਦਾ ਪੱਲਾ ਕੱਟ ਲਿਆ। ਹਾਂ, ਸ਼ਾਉਲ ਉੱਥੇ ਕੀ ਹੋ ਗਿਆ ਭਲਾ? ਥੋੜਾ ਕੀ ਕਰਨ ਲੱਗ ਗਿਆ? ਆਰਾਮ ਕਰਨ ਲੱਗ ਗਿਆ ਤੇ ਉਹਨੂੰ ਕੀ ਹੋ ਗਿਆ? ਉੱਥੇ ਨੀਂਦ ਆ ਗਈ ਹੈ ਤੇ ਦਾਊਦ ਨੇ ਕੀ ਕੀਤਾ ਭਲਾ? ਪੱਲਾ ਚੱਕ ਲਿਆ। ਹਾਂ। ਇਹਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦਾ ਮਨ ਵਿਆਕੁਲ ਹੋ ਗਿਆ। ਹਾਂ, ਦਾਊਦ ਨੇ ਕੱਪੜਾ ਉਹਦਾ ਕੀ ਕਰ ਲਿਆ? ਚੋਗੇ ਦਾ ਕੱਟ ਲਿਆ ਤੇ ਦਾਊਦ ਦਾ ਮਨ ਕੀ ਹੋ ਗਿਆ ਭਲਾ? ਇੰਨਾ ਕੁ ਕੰਮ ਕਰਨਾ, ਹਜੇ ਉਹਨੂੰ ਨਹੀਂ ਕੁਝ ਵੀ ਕੱਟਿਆ, ਉਹਦੇ ਸੂਲ ਵੀ ਨਹੀਂ ਮਾਰੀ, ਤਾਂ ਵੀ ਉਹ ਕੀ ਹੋਇਆ ਭਲਾ? ਕੱਪੜਾ ਹੀ ਉਹਦਾ ਜਿਹੜਾ ਸੀਗਾ ਉਹਨੂੰ ਕੱਟਣ ਨਾਲ ਦਾਊਦ ਦਾ ਮਨ ਵਿਆਕੁਲ ਹੋ ਗਿਆ। ਦੇਖੋ ਪਰਮੇਸ਼ਰ ਦਾ ਮਨ ਜਿਹਨਾਂ ਵਿੱਚ ਹੁੰਦਾ ਕਿੱਦਾਂ ਕਿੱਦਾਂ ਦੇ ਸਿਸਟਮ ਹੁੰਦੇ ਆ, ਹਨਾ। ਆਪਣਾ ਤਾਂ ਪਤੀ ਪਤਨੀ ਦੀਆਂ ਖੁੰਦਕਾਂ ਨਹੀਂ ਜਾਂਦੀਆਂ। ਹਾਲੇਲੂਇਆ। ਇੰਨੀਆਂ ਖੁੰਦਕਾਂ, ਇੰਨਾ ਕੁਛ, ਭਰਾ ਠੀਕ ਹੈ, ਮਾਂ ਪੁੱਤ ਸਾਰਾ ਇਦਾਂ ਹੀ ਲੱਗੇ ਹੋਏ ਸਾਰੇ ਪਾਸੇ। ਪਰ ਜੇਕਰ ਮਨ ਸਾਡੇ ਵਿੱਚ ਪਰਮੇਸ਼ਰ ਦਾ ਆ ਗਿਆ ਹੋਇਆ ਆ ਤਾਂ ਕੀ ਹੋ ਜਾਂਦਾ ਭਲਾ? ਵਿਆਕੁਲ ਹੋ ਜਾਂਦਾ। ਹਲਕਾ ਜਿਹਾ ਵੀ ਅਗਲੇ ਨੂੰ ਨੁਕਸਾਨ ਜਿਹੜਾ ਨਾ, ਅਗਲੇ ਦਾ ਤਾਂ ਛੱਡੋ, ਅਗਲੇ ਦੇ ਕੱਪੜੇ ਦਾ ਵੀ ਹਲਕਾ ਜਿਹਾ ਨੁਕਸਾਨ ਜਿਹੜਾ ਨਾ ਉਹ ਵੀ ਵਿਆਕੁਲ ਕਰ ਦਿੰਦਾ ਹੈ। ਹਾਂ, ਵਿਆਕੁਲ ਹੋ ਗਿਆ। ਉਸਨੇ ਉਹਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ। ਹਾਂ,
ਚਾਦਰ ਦਾ ਪੱਲਾ ਜੋ ਵੱਟਿਆ ਸੀ 5 ਤੱਕ ਹੋ ਗਿਆ। ਹਾਂਜੀ। ਹਾਂ ਠੀਕ ਹੈ, ਆ ਜਾਓ। ਦਾਊਦ ਨੇ ਹੱਥ ਆਏ ਸ਼ਾਉਲ ਨੂੰ ਨਹੀਂ ਮਾਰਿਆ। ਮੌਕਾ ਸੀ ਮਿਲ ਗਿਆ ਸੀ ਉਹਨੂੰ, ਹੱਥ ਚ ਆ ਗਿਆ ਸੀ। ਸਿੱਧੇ ਮਤਲਬ ਇੱਥੇ ਵੀ ਆਪਾਂ ਇਹ ਗੱਲ ਦੇ ਖੁਦਾ ਕਈ ਵਾਰੀ ਸਾਡੇ ਹੱਥ ਚ ਲਿਆ ਕੇ ਆਪਾਂ ਕਹਿੰਦੇ ਅੱਜ ਆਇਆ ਦਾੜ ਥੱਲੇ, ਅੱਜ ਵਾਰੀ ਦਾ ਵੱਟਾ ਕੀ ਕਰਨਾ ਭਲਾ। ਇਹਨੇ ਕੀਤੀ ਸੀ ਨਾ ਮੇਰੀ ਬੇਇੱਜ਼ਤੀ, ਇਹਨੇ ਪਰਾਇਆ ਨਾ ਮੈਨੂੰ ਨੁਕਸਾਨ ਹੋਣੇ ਨੂੰ ਪਤਾ ਕਰ ਨੁਕਸਾਨ ਹੁੰਦਾ ਕੀ ਆ, ਮੈਂ ਕਰ ਦਿੰਦੇ ਨਹੀਂ। ਪਰ ਇੱਧਰ ਦੇਖ ਲਓ, ਹਾਲੇਲੂਇਆ। ਪਰਮੇਸ਼ਰ ਨੇ ਕੀਤਾ ਹੈ, ਲੈ ਕੇ ਆਇਆ ਉਹਨੂੰ, ਘੁਮਾ ਫਰਾ ਕੇ ਉਹਦੇ ਕੋਲ ਲੈ ਕੇ ਆਇਆ। ਹਾਂ, ਦਾਊਦ ਨੇ ਹੱਥ ਆਏ ਸ਼ਾਉਲ ਨੂੰ ਨਹੀਂ ਮਾਰਿਆ, ਸਗੋਂ ਕੱਪੜਾ ਕੱਟਣ ਦਾ ਵੀ ਦੁੱਖ ਹੋਇਆ। ਹੁਣ ਸਾਡੀ ਹਾਲਤ ਦੇਖ ਲਓ। ਪਰ ਅੱਜ ਅਸੀਂ ਅਭਿਸ਼ਿਕਤ ਦਾਸ ਨੂੰ, ਯਾਨੀ ਕਿ ਪਰਮੇਸ਼ਰ ਵੱਲੋਂ ਮੁਕਰਰ ਹੋਏ ਨੂੰ, ਪਰ ਅੱਜ ਅਸੀਂ ਅਭਿਸ਼ਿਕਤ ਦਾਸ ਨੂੰ ਲੀਰੋ ਲੀਰ ਕਰਕੇ ਵੀ ਚੈਨ ਨਹੀਂ ਲੈਂਦੇ। ਹਾਲੇਲੂਇਆ। ਇਦਾਂ ਦੀਆਂ ਹਾਲਤਾਂ ਦੇ ਵਿੱਚੋਂ ਦੀ ਵਿਸ਼ਵਾਸੀ ਲੋਕ, ਸੇਵਕ ਲੋਕ ਨਿਕਲ ਰਹੇ ਨੇ। ਅਤੇ ਦੁਸ਼ਟ ਆਤਮਾ ਸ਼ਾਉਲ ਉੱਪਰ ਹੋਣ ਦੇ ਬਾਵਜੂਦ ਵੀ, ਅਤੇ ਦੁਸ਼ਟ ਆਤਮਾ ਸ਼ਾਉਲ ਉੱਪਰ ਹੋਣ ਦੇ ਬਾਵਜੂਦ ਵੀ ਦਾਊਦ ਉਸ ਨੂੰ ਪਰਮੇਸ਼ਰ ਦਾ ਅਭਿਸ਼ਿਕਤ ਕਹਿੰਦਾ ਹੈ। ਸ਼ਾਉਲ ਉੱਤੇ ਕਿਹੜਾ ਆਤਮਾ ਹੈ? ਦੁਸ਼ਟ ਆਤਮਾ। ਤੇ ਪਰ ਉਹਦੇ ਨਾਲ ਜਦੋਂ ਉਹਦੇ ਬਾਰੇ ਜ਼ਿਕਰ ਕਰਦਾ ਹੈ ਦਾਊਦ ਦੇ, ਸ਼ਾਉਲ ਦੇ ਬਾਰੇ ਦਾਊਦ, ਸ਼ਾਉਲ ਰਾਜਾ ਦੇ ਬਾਰੇ ਦਾਊਦ ਜਦੋਂ ਜ਼ਿਕਰ ਕਰਦਾ ਤਾਂ ਉਹਨੂੰ ਕੀ ਕਹਿੰਦਾ ਹੈ? ਅਭਿਸ਼ਿਕਤ। ਭਾਵਾਂ ਮੱਸਾ ਗਵਾਇਆ ਹੋਇਆ ਆ, ਫਿਰ ਵੀ ਉਹ ਕੀ ਕਹਿੰਦਾ ਆ? ਅਭਿਸ਼ਿਕਤ ਹੈ ਦਾ ਸ਼ਬਦ ਵਰਤਦਾ। ਕਿੰਨੇ ਆਦਰ ਸੂਚਕ ਸ਼ਬਦ ਆ। ਉਹਦੇ ਤੋਂ ਭਾਵ ਕੀ ਸੀਗਾ ਕਿ ਇੱਕ ਸਮੇਂ ਇਹ ਕੀ ਸੀਗਾ ਭਲਾ? ਅਭਿਸ਼ਿਕਤ ਪਰਮੇਸ਼ਵਰ ਦਾ ਸੀਗਾ। ਹਾਲੇਲੂਇਆ। ਚਲੋ ਆ ਜਾਓ, ਪਹਿਲਾ ਸੈਮੂਅਲ 26 ਤੇ ਆਏ, ਉਹਦੀ 1 ਤੋਂ 20 ਹੈ। ਜੀਫੀ ਲੋਕ ਗਿਬਿਆ ਨੂੰ ਸ਼ਾਉਲ ਕੋਲ ਆਣ ਕੇ ਬੋਲੇ, ਭਲਾ ਦਾਊਦ ਹਕੀਲਾ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਰਹਿੰਦਾ। ਸੋ ਸ਼ਾਉਲ ਉੱਠਿਆ ਅਤੇ 3000 ਚੁਣਵੇਂ ਇਜ਼ਰਾਈਲੀ ਜਵਾਨ ਆਪਣੇ ਨਾਲ ਲੈ ਕੇ ਜੀਫ ਦੀ ਉਜਾੜ ਵਿੱਚ ਦਾਊਦ ਨੂੰ ਭਾਲਣ ਉਤਰਿਆ। ਅਤੇ ਸ਼ਾਉਲ ਨੇ ਹਕੀਲਾ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਰਾਹ ਉੱਤੇ ਡੇਰੇ ਲਾਏ, ਪਰ ਦਾਊਦ ਉਜਾੜ ਦੇ ਵਿੱਚ ਠਹਿਰਿਆ। ਸੋ ਉਸਨੇ ਡਿੱਠਾ ਜੋ ਸ਼ਾਉਲ ਮੇਰੇ ਮਗਰ ਉਜਾੜ ਵਿੱਚ ਤੁਰਿਆ ਆਉਂਦਾ ਹੈ, ਤਾਂ ਦਾਊਦ ਨੇ ਸੇਲੂਆਂ ਨੂੰ ਘੱਲਿਆ ਅਤੇ ਜਾਤਾ ਜੋ ਸ਼ਾਉਲ ਸੱਚਮੁੱਚ ਆਇਆ ਹੈ। ਤਦ ਦਾਊਦ ਉੱਠ ਕੇ ਸ਼ਾਉਲ ਦੇ ਡੇਰਿਆਂ ਕੋਲ ਆਇਆ ਅਤੇ ਦਾਊਦ ਉੱਠ ਕੇ ਕਿਹਦੇ ਡੇਰਿਆਂ ਕੋਲ ਆਇਆ? ਸ਼ਾਉਲ ਦੇ ਡੇਰੇ। ਜਿੱਥੇ ਉਹਨੇ ਡੇਰੇ ਲਾਏ ਸੀ। ਡੇਰੇ ਕਾਹਦੇ ਲਈ ਲਾਏ ਸੀਗੇ? ਕਿੰਨੇ ਜਣੇ ਲਿਆ ਕੇ? 3000। ਹਾਲੇਲੂਇਆ। ਥੋੜੇ ਬਹੁਤੇ ਨਾਲ ਨਹੀਂ ਗੱਲ ਬਣਦੀ। ਜਿੱਥੇ ਦੁਸ਼ਟ ਦੀ ਸ਼ਕਤੀ ਦਾ ਪਹਿਰਾ ਹੁੰਦਾ ਉਹ 1-2 ਜਣੇ ਲੈ ਕੇ ਨਹੀਂ ਵਿਰੋਧ ਵਿੱਚ ਆਉਂਦਾ। ਕਿੰਨੇ ਜਣੇ ਲੈ ਕੇ ਆਉਂਦਾ ਆ? ਕਿੰਨੇ ਇਕੱਠੇ ਕਰਦਾ, ਕਿੰਨੀ ਪਾਵਰ ਇਕੱਠੀ ਕਰਦਾ। ਹਾਂਜੀ ਹਾਂਜੀ। ਪਰ ਦਾਊਦ ਗਿਆ, ਦਾਊਦ ਡੇਰੇ ਤੱਕ ਗਿਆ ਉਹਨੇ। ਦਾਊਦ ਉੱਠ ਕੇ ਸ਼ਾਉਲ ਦੇ ਡੇਰਿਆਂ ਕੋਲ ਆਇਆ ਅਤੇ ਦਾਊਦ ਨੇ ਉਸ ਥਾਂ ਨੂੰ ਜਿੱਥੇ ਸ਼ਾਉਲ ਲੰਮਾ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬੀਨੇਰ ਵੀ ਜੋ ਉਹਦਾ ਸੈਨਾਪਤੀ ਸੀ ਡਿੱਠਾ। ਅਤੇ ਸ਼ਾਉਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਲੋਕਾਂ ਨੇ ਉਹਦੇ ਆਲੇ ਦੁਆਲੇ ਡੇਰੇ ਲਾਏ ਹੋਏ ਸਨ। ਹਾਂ, ਲੋਕੀ ਵੀ ਉਹਦੇ ਆਲੇ ਦੁਆਲੇ ਸੀ ਜਿਹਨਾਂ ਨੂੰ ਲੈ ਕੇ ਆਇਆ ਸੀਗਾ। ਧਿਆਨ ਨਾਲ ਆਪਣੇ ਮਨ 'ਚ ਤਸਵੀਰ ਬਣਾਈ ਚੱਲੋ ਕੀ ਗੱਲ ਆ, ਕਿਉਂਕਿ ਇਹ ਗੱਲ ਖੁਦਾ ਆਪਣੇ ਨਾਲ ਬੋਲ ਰਿਹਾ ਹੈ, ਆਪਣੀ ਸਥਿਤੀ ਦੱਸ ਰਿਹਾ ਇਹਦੇ ਵਿੱਚੋਂ ਦੀ। ਇਹ ਕਹਾਣੀ ਵਿੱਚੋਂ ਕਿਹਨੂੰ ਦਿਖਾ ਰਿਹਾ? ਖੁਦਾ ਸਾਨੂੰ, ਸਾਡੀ ਹਾਲਤ ਨੂੰ ਦਿਖਾ ਰਿਹਾ। ਤਦ ਦਾਊਦ ਨੇ ਕੀਤੀ ਅਹੀਮੇਲਕ ਅਤੇ ਸੁਰੀਆ ਦੇ ਪੁੱਤਰ ਅਬੀਸ਼ਈ ਨੂੰ ਜੋ ਯੋਆਬ ਦਾ ਭਰਾ ਸੀ ਉੱਤਰ ਦੇ ਕੇ ਆਖਿਆ, ਸ਼ਾਉਲ ਦੇ ਡੇਰਿਆਂ ਵੱਲ ਮੇਰੇ ਨਾਲ ਕੌਣ ਉਤਰੇਗਾ? ਅਬੀਸ਼ਈ ਬੋਲਿਆ, ਤੁਹਾਡੇ ਨਾਲ ਮੈਂ ਉਤਰਾਂਗਾ। ਸੋ ਦਾਊਦ ਅਤੇ ਅਬੀਸ਼ਈ ਰਾਤ ਨੂੰ ਉਹਨਾਂ ਲੋਕਾਂ ਵਿੱਚ ਜਾ ਪਏ। ਦਾਊਦ ਆਪਣੇ ਨਾਲ ਦੇ ਸਾਥੀ ਅਬੀਸ਼ਈ ਨੂੰ ਲੈ ਕੇ ਉਧਰ ਨੂੰ ਉਤਰਿਆ।
ਅਤੇ ਵੇਖੋ ਉਸ ਵੇਲੇ ਸ਼ਾਉਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਉਹਦੀ ਬਰਛੀ ਉਹਦੀ ਸਿਰਹਾਨ ਦੀ ਧਰਤੀ ਵਿੱਚ ਗੱਡੀ ਹੋਈ ਸੀ। ਹਾਂ, ਸਿਰਹਾਣਾ ਜਿੱਧਰਲੇ ਪਾਸੇ ਹੁੰਦਾ ਉਧਰਲੇ ਪਾਸੇ ਉਹਨੇ ਬਰਛੀ ਕੀ ਕੀਤੀ ਹੋਈ ਸੀ ਭਲਾ? ਗੱਡੀ ਹੋਈ ਸੀ। ਹਾਂ, ਅਤੇ ਅਬੀਨੇਰ ਅਤੇ ਸਿਪਾਹੀ ਉਹਦੇ ਉਤਾਲੇ ਪਏ ਹੋਏ ਸਨ। ਹਾਂ, ਜਿਹੜਾ ਅਬਨੇਰ ਉਹਦਾ ਸੈਨਾਪਤੀ ਸੀਗਾ ਤੇ ਸਿਪਾਹੀ ਉਹਦੇ ਦੁਆਲੇ ਕੀ ਸੀਗੇ? ਪਏ ਹੋਏ ਸੀਗੇ। ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, ਤਦ ਅਬਿਸ਼ੈ ਜਿਹਨੂੰ ਲੈ ਕੇ ਗਿਆ ਦਾਊਦ ਦੇ ਨਾਲ, ਉਹਨੇ ਦਾਊਦ ਨੂੰ ਆਖਿਆ, ਪਰਮੇਸ਼ਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਕਰ ਦਿੱਤਾ। ਹਾਂ, ਜਿੱਦਾਂ ਉਹ ਸੁਰੰਗ ਚ ਕੀਤਾ ਸੀ। ਪਹਿਲਾਂ ਕਿੱਥੇ ਕੀਤਾ ਹੈ? ਸੁਰੰਗ ਚ ਕੀਤਾ ਹੈ। ਹੁਣ ਰੜੇ ਮੈਦਾਨ ਚ ਕੀਤਾ। ਕਿੱਦਾਂ? ਪਰਮੇਸ਼ਰ ਨੇ ਤੇਰੇ ਵੈਰੀ ਨੂੰ ਤੇਰੇ ਹੱਥ ਚ ਕਰ ਦਿੱਤਾ ਹੀ। ਸੋ ਇਹਦਾ ਮਤਲਬ ਅਭਿਸ਼ੇਕਤ ਨੂੰ ਇੱਕ ਇਦਾਂ ਦਾ ਵੀ ਬੰਦਾ ਦਿੱਤਾ ਜਾਊਗਾ ਜਿਹੜਾ ਉਹਦੇ ਕੰਨਾਂ ਨੂੰ ਕੀ ਕਰੂਗਾ? ਭਰੂਗਾ। ਕਰਦੇ ਆ ਹੁਣ ਕੀ ਗੱਲ ਹੈ? ਤੂੰ ਤਾਂ ਸੱਚਾ ਬੰਦਾ, ਤੂੰ ਤਾਂ ਨੇਕ ਬੰਦਾ ਆ। ਗੰਦਾ ਤਾਂ ਉਹੀ ਆ ਨਾ। ਇਦਾਂ ਦੇ ਹੋਣਗੇ ਨਾ ਤੇ ਆਪਾਂ ਫਟਾਫਟ ਅਗਲੇ ਦੀ ਗੱਲ ਜਾਣਾ, ਹੋਰ ਖੁੱਲ ਜਾਣੇ। ਬਾਕੀ ਤੂੰ ਤਾਂ ਗੱਲ ਸਹੀ ਕਰਨਾ ਹੈਗਾ, ਸਹੀ ਆ, ਚੱਕ ਦਨੇ ਕੰਮ। ਹਾਲੇਲੂਇਆ। ਸੋ ਗੱਲਾਂ ਦੇਖੀਆਂ ਹੁੰਦੀਆਂ ਨਾ ਜਦੋਂ ਆਪਾਂ ਖੁਦਾ ਦਾ ਮਨ ਨਹੀਂ ਰੱਖਦੇ। ਖੁਦਾ ਦਾ ਮਨ ਦੇਖੋ ਹਜੇ ਤੱਕ ਸਾਨੂੰ ਬਚਾਉਣ ਦਾ ਆ ਸੰਸਾਰ ਨੂੰ। ਕਿੰਨਾ ਜਗਤ ਚ ਪਾਪ ਫੈਲਿਆ ਪਿਆ, ਕਿੰਨਾ ਗੰਦ ਚੱਲ ਰਿਹਾ ਆ, ਕਿੰਨਾ ਗੰਦ ਆ ਨਾ। ਔਰ ਹੁਣ ਤਾਂ ਸਾਡੇ ਲਈ ਇਦਾਂ ਦਾ ਇੰਤਜ਼ਾਮ ਮੁਹੱਈਆ ਕਰਕੇ ਦੇਖਦਾ ਕਿ ਫੇਸਬੁੱਕ ਦੇ ਥਰੂ, YouTube ਦੇ ਥਰੂ ਲਾਈਵ ਅਸੀਂ ਗੰਦ ਨੂੰ ਕੀ ਕਰ ਸਕਦੇ ਹਾਂ? ਹਰ ਪਾਸੇ ਪਏ ਹੋਏ ਨੂੰ ਲਾਈਵ ਵੀ ਦੇਖ ਸਕਦੇ ਹਾਂ। ਉਹ ਲੋਕੀ ਲਾਈਵ ਕਰਨੋਂ ਕਿਤੇ ਉਹ ਹਟਦੇ ਨਹੀਂ। ਕੋਈ ਵੀ ਗੰਦ ਮੰਦ, ਗੰਦੀ ਫੋਟੋ, ਗੰਦੀ ਤਸਵੀਰ, ਗੰਦੀ ਵੀਡੀਓ ਉਹ ਪਾਉਣੋਂ ਹਟਦੇ ਨਹੀਂ। ਕਿਉਂਕਿ ਪਰਮੇਸ਼ਰ ਦਾ ਮਨ ਦੇਖੋ, ਉਹ ਸਾਡੇ ਗੰਦ ਨੂੰ ਕੀ ਕਰ ਦਿੰਦਾ? ਢੱਕਦਾ ਰਹਿੰਦਾ। ਪਰ ਬੰਦੇ ਕੀ ਕਰਦੇ ਰਹਿੰਦੇ ਆ? ਪਾਉਂਦੇ ਰਹਿੰਦੇ ਆ। ਅਖਬਾਰਾਂ 'ਚ ਕੀ ਆ ਲੋਕਾਂ ਦੀਆਂ? ਕਿਸੇ ਦੀ ਕੁੜੀ ਨਿਕਲ ਗਈ, ਉਹਨਾਂ ਨੇ ਛਾਪ ਦਿੱਤਾ ਵੀ ਆਹ ਨਿਕਲ ਗਈ, ਫਲਾਣਾ ਹੋ ਗਿਆ, ਹੋ ਗਿਆ। ਸੋ ਲੋਕੀ ਤਾਂ ਲੋਕਾਂ ਦੇ ਪਾਪਾਂ ਨੂੰ ਕੀ ਕਰਦੇ ਆ? ਉਛਾਲਦੇ ਆ। ਹਾਲੇਲੂਇਆ। ਲੇਕਿਨ ਸਾਡਾ ਪਰਮੇਸ਼ਰ ਕੀ ਕਰਦਾ ਆ? ਢੱਕਦਾ ਆ। ਤੇ ਜੇ ਅਸੀਂ ਪਰਮੇਸ਼ਰ ਦੇ ਤੇ ਆਪਾਂ ਵੀ ਕੀ ਕਰਨਾ ਭਲਾ? ਢੱਕਣਾ ਹੈ ਨਾ। ਹਾਲੇਲੂਇਆ। ਅਸੀਂ ਵੀ ਢੱਕਣਾ ਆ। ਹਾਂ, ਹਾਂਜੀ। ਪੜ੍ਹੀਏ ਜੇ ਕਿਉਂ? ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, ਪਰਮੇਸ਼ਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਕਰ ਦਿੱਤਾ। ਹਾਂ, ਕਹਿੰਦਾ ਹੈ ਤੇਰੇ ਵੈਰੀ ਨੂੰ ਤੇਰੇ ਹੱਥ 'ਚ ਕਰਤਾ ਹੀ ਅੱਜ। ਹਾਂ, ਜੇ ਹੁਣ ਆਗਿਆ ਕਰੋ ਤਾਂ ਮੈਂ ਉਹਨੂੰ ਬਰਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ। ਹੁਣ ਕਹਿੰਦਾ ਮੈਨੂੰ ਆਗਿਆ ਦਿਓ, ਜੇ ਤੁਸੀਂ ਥੋੜਾ ਜਿਹਾ ਸੋਚ ਵਿਚਾਰ ਕਰਦੇ ਆ ਤੇ ਕੀ ਕਰ ਦੇਵਾਂ ਭਲਾ? ਤੇ ਕਈ ਵਾਰੀ ਆਪਾਂ ਇੱਥੇ ਕਿਉਂ ਜਾਂਦੇ ਆ? ਆਪਾਂ ਨਹੀਂ ਪਾਪ ਕਰਨਾ, ਇਹਨੂੰ ਕਰ ਲੈਣ ਦਿਓ, ਵੈਰੀ ਤਾਂ ਸਾਡੇ ਮੰਨਣਾ। ਆਪੋਜ਼ਿਟ ਤਰ੍ਹਾਂ ਕਰਕੇ ਦੇਖ ਲਈਏ ਨਾ, ਸਮਝ ਲਈਏ ਗੱਲਾਂ ਬਾਤਾਂ ਨੂੰ। ਇਹ ਸਾਰਾ ਸਾਡੇ ਜੀਵਨਾਂ ਦੇ ਵਿੱਚ ਚੱਲਦਾ ਰਹਿੰਦਾ। ਕਹਿੰਦਾ ਮੈਂ ਇੱਕੋ ਵਾਰ ਚ ਉਹਨੂੰ ਕੀ ਕਰ ਦੇਵਾਂ? ਢੇਰ ਕਰ ਦੇਵਾਂ। ਅਤੇ ਮੈਂ ਉਹਨੂੰ ਦੂਜੀ ਵਾਰ ਨਾ ਮਾਰਾਂ। ਦੂਜੀ ਵਾਰ ਨਹੀਂ ਮਾਰੂੰਗਾ, ਇਹ ਮੇਰਾ ਵਾਅਦਾ ਆ। ਇੱਕ ਹੀ ਮਾਰੂੰਗਾ ਤੇ ਉਹ ਕੀ ਹੋ ਜਾਊਗਾ? ਢੇਰ ਹੋ ਜਾਊਗਾ। ਹਾਂਜੀ। ਪਰ ਦਾਊਦ ਨੇ ਅਬੀਸ਼ਈ ਨੂੰ ਆਖਿਆ, ਇੱਥੇ ਫਿਰ ਦਾਊਦ ਕੁਝ ਹੋਰ ਹੀ ਲਈ ਫਿਰਦਾ ਗੱਲ। ਹਾਂ, ਉਹਨੂੰ ਨਾ ਮਾਰ। ਉਹਨੂੰ ਨਾ ਮਾਰ ਵੇ। ਕਿਉਂ ਜੋ ਯਹੋਵਾ ਦੇ ਮਸੇ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ? ਹਾਲੇਲੂਇਆ। ਕਿਹੜਾ ਆ ਉਹਦੇ ਮਸੇ ਹੋਏ ਤੇ ਕੀ ਕਰੇ ਭਲਾ? ਹੱਥ ਚੁੱਕੇ। ਇਹਦਾ ਮਤਲਬ ਕੌਣ ਹੋਗਾ ਜਿਹੜਾ ਉਹਦੇ ਮੱਸੇ ਤੇ ਹੱਥ ਚੱਕੂਗਾ? ਮਸੇ ਹੋਏ ਤੇ ਕੋਈ ਦੁਸ਼ਟ ਹੀ ਹੋਗਾ। ਅਭਿਸ਼ੇਕਤ ਤਾਂ ਮਸੇ ਹੋਏ ਤੇ ਹੱਥ ਚੱਕੂਗਾ ਨਹੀਂ, ਚਾਹੇ ਉਹਦੇ ਤੇ ਮਸਾ ਰਿਹਾ ਆ ਚਾਹੇ ਨਹੀਂ ਰਿਹਾ। ਹਾਂ, ਅਤੇ ਬੇਦੋਸ਼ਾ ਠਹਿਰੇ। ਹਾਂ, ਜੇਕਰ ਕੋਈ ਮਸਾ ਕੀਤੇ ਹੋਏ ਤੇ ਹੱਥ ਚੱਕੇ ਤੇ ਬੇਦੋਸ਼ਾ ਠਹਿਰੇ। ਹਾਂ, ਦਾਊਦ ਨੇ ਇਹ ਵੀ ਆਖਿਆ, ਜਿਉਂਦੇ ਯਹੋਵਾ ਦੀ ਸਹੁੰ, ਹਾਂਜੀ, ਜਾਂ ਤਾਂ ਉਹਨੂੰ ਯਹੋਵਾ ਆਪ ਮਾਰੇਗਾ ਜਾਂ ਉਹਦੇ ਮਰਨ ਦਾ ਦਿਨ ਆਵੇਗਾ। ਹਾਂ, ਜਾਂ ਤਾਂ ਉਹਦੇ ਮਰਨ ਦਾ ਦਿਨ ਆਊਗਾ ਤੇ ਜਾਂ ਯਹੋਵਾ ਨੂੰ ਆਪ ਮਾਰੂਗਾ। ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ। ਜਾਂ ਉਹ ਲੜਾਈ 'ਚ ਜਾ ਕੇ ਮਾਰਿਆ ਜਾਵੇਗਾ। ਪਰ ਯਹੋਵਾ ਨਾ ਕਰੇ ਜੋ ਮੈਂ ਯਹੋਵਾ ਦੇ ਮਸੇ ਹੋਏ ਉੱਤੇ ਹੱਥ ਚਲਾਵਾਂ। ਹਾਂ, ਪਰਮੇਸ਼ਰ ਨਾ ਇਦਾਂ ਕਰੇ ਕਿ ਮੈਂ ਉਹਦੇ ਤੇ ਹੱਥ ਚਲਾਵਾਂ। ਦੱਸੋ, ਇੱਕ ਗੱਲ ਆਪਾਂ ਪੁੱਛਦੇ ਆ, ਪਰਮੇਸ਼ਰ ਸਰਵਗਿਆਨੀ ਹੈਗਾ ਆ? ਸਰਵਵਿਆਪੀ ਹੈਗਾ ਆ? ਤੇ ਉਹ ਉੱਥੇ ਜਦੋਂ ਦਾਊਦ ਦੀ ਇਹ ਗੱਲਾਂ ਮੂੰਹ ਚੋਂ ਨਿਕਲਦੀਆਂ ਆ, ਸੁਣ ਰਿਹਾ ਹੈ ਕਿ ਨਹੀਂ? ਹਾਲੇਲੂਇਆ, ਹਾਲੇਲੂਇਆ। ਸੋ ਆਪਾਂ ਵੀ ਜਦੋਂ ਗੱਲਾਂ ਕਰਦੇ ਆ ਤੇ ਉਹ ਸੁਣਦਾ ਹੈ ਕਿ ਨਹੀਂ? ਜਾਂ ਉਹਦਾ ਬੋਲਾ ਹੋ ਜਾਂਦਾ? ਸੁਣਦਾ ਹੈ ਨਾ। ਇਹਦਾ ਮਤਲਬ ਕਿੱਧਰ ਨੂੰ ਇਕੱਠੀਆਂ ਕਰੀ ਜਾਂਦੇ ਆਪਾਂ? ਕਿਹੜੀਆਂ ਗੱਲਾਂ ਇਕੱਠੀ ਕਰੀ ਜਾਂਦੇ? ਨਿਸ਼ਾਨਾ ਕਿੱਧਰ ਨੂੰ ਲੈ ਕੇ ਚੱਲੀ ਜਾਂਦੇ ਆ ਆਪਣੀ ਜ਼ਿੰਦਗੀ ਤੇ? ਆਪਾਂ ਇਹਨਾਂ ਦਿਨਾਂ 'ਚ ਕੀ ਕਰੀਏ? ਵਿਚਾਰ ਕਰੀਏ। ਹਾਂਜੀ, ਹਾਂਜੀ।
ਪਰ ਯਹੋਵਾ ਨਾ ਕਰੇ ਹਾਂ। ਜੋ ਮੈਂ ਯਹੋਵਾ ਦੇ ਮਸੇ ਹੋਏ ਉੱਤੇ ਹੱਥ ਚਲਾਵਾਂ, ਹਾਂ। ਪਰ ਤੂੰ ਉਹਦੀ ਸਿਰਹਾਂਦੀਓ ਇਹ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਚੁੱਕ ਲੈ ਹਾਂ। ਅਤੇ ਅਸੀਂ ਤੁਰ ਪਈਏ। ਹਾਂ, ਕਹਿੰਦਾ ਉਹਦੇ ਸਹਾਰਨ ਕੀ ਕਰ, ਇਹ ਜਿਹੜੀ ਬਰਛੀ ਗੱਡੀ ਹੋਈ ਹੈ ਨਾ, ਇਹਨੂੰ ਚੁੱਕ ਲਾ, ਤੇ ਜਿਹੜੀ ਗੜਵੀ ਪਾਣੀ ਪੀਣ ਵਾਲੀ ਪਈ ਆ ਉਹ ਚੱਕ ਲਾ, ਤੇ ਆਪਾਂ ਚੱਲੀਏ। ਉਹ ਸੁੱਤਾ ਪਿਆ, ਉਹਨੂੰ ਸੁੱਤਾ ਰਹਿਣ ਦੇ, ਉਹਨੂੰ ਆਰਾਮ ਕਰਨ ਦੇ, ਆਪਾਂ ਉਹਨੂੰ ਕੁਝ ਕਰਨਾ ਨਹੀਂ। ਹਾਲੇਲੂਇਆ। ਠੀਕ ਹੈ, ਓਕੇ ਜੀ। ਵੀਹ ਤੱਕ ਕਿਆ? ਹਾਂ, ਵੀ ਤਾਂ ਸੋ ਦਾਊਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਸ਼ਾਉਲ ਦੀ ਸਰਹਾਂਦੀਓਂ ਲੈ ਲਿਆ ਅਤੇ ਉਹ ਤੁਰ ਗਏ ਅਤੇ ਕਿਸੇ ਮਨੁੱਖ ਨੇ ਵੀ ਇਹ ਨਾ ਡਿਠਾ। ਕਿਸੇ ਨੇ ਵੀ, ਇਹ 3000 ਸੀ ਇਧਰ ਜਿਹੜੇ ਤੇ ਦੁਸ਼ਟ ਆਤਮਾ ਦਾ ਪਹਿਰਾ, ਉਹਦੇ ਨਾਲ ਜਿਹੜੇ 3000 ਹੈ ਨਾ, ਉਹਨਾਂ ਚੋਂ ਕੋਈ ਐਸਾ ਵਫਾਦਾਰ ਨਹੀਂ ਵੀ ਸਾਡਾ ਰਾਜਾ ਜਿਹੜਾ ਨਾ ਉਹ ਕੀ ਹੋਇਆ, ਸੁੱਤਾ ਪਿਆ ਹੈ ਤੇ ਅਸੀਂ ਉਹਦੀ ਕੀ ਕਰਨੀ ਆ, ਰਖਵਾਲੀ ਕਰਨੀ ਆ। ਸਮਝਦੇ? ਹਾਲੇਲੂਇਆ। ਤੇ ਉਹ ਤੋਂ ਚੱਕ ਲਿਆ, ਕਿਸੇ ਨੂੰ ਪਤਾ ਲੱਗਾ ਹੀ ਨਹੀਂ। ਹਾਂ, ਅਤੇ ਨਾ ਹੀ ਜਾਤਾ ਹਾਂ। ਅਤੇ ਕੋਈ ਨਾ ਜਾਗਿਆ, ਹਾਂ। ਕਿਉਂ ਜੋ ਸਭ ਸੁੱਤੇ ਪਏ ਸਨ। ਇਸ ਕਰਕੇ ਜੋ ਯਹੋਵਾ ਵੱਲੋਂ ਉਹਨਾਂ ਉੱਤੇ ਕੂਕ ਨੀਂਦ ਆਈ ਹੋਈ ਸੀ। ਹਾਂ, ਹਾਲੇਲੂਇਆ। ਪਰਮੇਸ਼ਰ ਨੇ ਕੀ ਕੀਤਾ ਹੋਇਆ ਸੀ ਉੱਤੇ? ਕਿਉਂਕਿ ਇਰਾਦਾ ਦਾਊਦ ਦਾ ਕੀ ਹੋ ਗਿਆ ਸੀ ਭਲਾ? ਨੇਕ। ਹਾਲੇਲੂਇਆ। ਕਿਉਂਕਿ ਹੁਣ ਪਤਾ ਸੀ ਜੇ ਉੱਤੇ ਉਹਨਾਂ ਨੇ ਉਹ ਚੱਕਣ ਦਾ ਮਨ ਬਣਾਇਆ ਨਾ, ਤੇ ਜੇ ਕਿਸੇ ਨੇ ਚੱਕਦਾ ਦੇਰਾ ਉੱਤੇ ਦਾਊਦ ਨੂੰ ਉਹਨਾਂ ਨੇ ਫੜਕਾ ਦੇਣਾ। ਤੇ ਉਹਦੇ ਨੇਕ ਇਰਾਦੇ ਦਾ ਕਰਕੇ ਉਹਨਾਂ ਤੇ ਕੀ ਕਰਦੇ ਉਹਨੇ? ਗੂੜੀ ਨੀਂਦ ਭੇਜਤੀ, ਤਾਂ ਕਿ ਇਹ ਆਪਣੀ ਨੇਕ ਕੰਮ ਨੂੰ ਕੀ ਕਰ ਸਕੇ? ਪੂਰਾ ਕਰ ਸਕੇ। ਹਾਲੇਲੂਇਆ। ਹਾਲੇਲੂਇਆ। ਹਾਂਜੀ। ਫਿਰ ਦਾਊਦ ਪਰਲੇ ਪਾਸੇ ਲੰਘ ਕੇ ਦੂਰ ਇੱਕ ਪਹਾੜ ਦੀ ਟੀਸੀ ਉੱਤੇ ਜਾ ਖਲੋਤਾ। ਹਾਂ, ਉਹਦੇ ਤੋਂ ਹੁਣ ਹਟਮਾ ਜਾਂ ਜਾ ਕੇ ਪਹਾੜ ਦੀ ਟੀਸੀ ਕੋਲ ਖਲੋਤਾ ਦਾਊਦ। ਅਤੇ ਉਹਨਾਂ ਦੇ ਵਿਚਕਾਰ ਵੱਡੀ ਵਿੱਥ ਸੀ। ਹਾਂ, ਬਹੁਤ ਜ਼ਿਆਦਾ ਵਿੱਥ ਸੀਗੀ। ਦਾਊਦ ਨੇ ਲੋਕਾਂ ਵੱਲ ਅਤੇ ਨੇਰ ਦੇ ਪੁੱਤਰ ਅਬੀਨੇਰ ਵੱਲ ਹਾਕਾ ਮਾਰ ਕੇ ਆਖਿਆ। ਦਾਊਦ ਨੇ ਲੋਕਾਂ ਵੱਲ ਤੇ ਅਬੀਨੇਰ ਦਾ ਪੁੱਤਰ ਜਿਹੜਾ ਉਹਦਾ ਮੇਨ ਸੈਨਾਪਤੀ ਸੀਗਾ, ਉਹਦੇ ਵੱਲ ਉੱਥੋਂ ਹਾਕਾ ਮਾਰ ਕੇ ਉਹਨਾਂ ਨੂੰ ਆਖਿਆ, ਹੇ ਅਬੀਨੇਰ ਉੱਤਰ ਨਹੀਂ ਦਿੰਦਾ। ਹਾਂ, ਹੇ ਅਬੀਨੇਰ ਉੱਤਰ ਕਿਉਂ ਨਹੀਂ ਦਿੰਦਾ? ਹਾਂ। ਤਦ ਅਬੀਨੇਰ ਨੇ ਉੱਤਰ ਦੇ ਕੇ ਆਖਿਆ, ਹਾਂ, ਤੂੰ ਕੌਣ ਹੈ ਜੋ ਪਾਸ਼ਾ ਨੂੰ ਹਾਕਾ ਮਾਰਦਾ ਹੈ? ਤੂੰ ਕੌਣ ਹੈ ਜਿਹੜਾ ਪਾਤਸ਼ਾਹ ਨੂੰ ਹਾਕਾ ਮਾਰਦਾ? ਤਦ ਦਾਊਦ ਨੇ ਅਬੀਨੇਰ ਨੂੰ ਆਖਿਆ, ਹਾਂ, ਭਲਾ ਤੂੰ ਵੱਡਾ ਸੂਰਮਾ ਨਹੀਂ ਤੂੰ ਵੱਡਾ ਸੁਰਮਾ ਨਹੀਂ? ਅਤੇ ਇਜ਼ਰਾਈਲ ਵਿੱਚ ਤੇਰੇ ਸਮਾਨ ਕੌਣ ਹੈ? ਹਾਂ, ਹੋਰ ਕੌਣ ਹੈ ਤੇਰੇ ਸਮਾਨ? ਫਿਰ ਕੀ ਹੋਇਆ ਜੋ ਤੂੰ ਆਪਣੇ ਸਵਾਮੀ ਪਾਸ਼ਾ ਦੀ ਰਾਖੀ ਨਹੀਂ ਕੀਤੀ? ਰਾਖੀ ਨੇ ਕੀਤੀ। ਕਿਉਂ ਜੋ ਇਹਨਾਂ ਲੋਕਾਂ ਵਿੱਚੋਂ ਇੱਕ ਜਣਾ ਤੇਰੇ ਮਾਲਕ ਪਾਸ਼ਾ ਦੇ ਵੱਢਣ ਨੂੰ ਵੜ ਗਿਆ ਸੀ। ਹਾਂ, ਸੋ ਇਹ ਕੰਮ ਤਾਂ ਤੈਂ ਕੁਝ ਚੰਗਾ ਨਹੀਂ ਕੀਤਾ। ਹਾਂ। ਜਿਉਂ ਤੇ ਯਹੋਵਾ ਦੀ ਸਹੁੰ ਤੁਸੀਂ ਵੱਢਣ ਜੋਗੇ ਹੋ। ਹਾਂ। ਕਿਉਂ ਜੋ ਤੁਸੀਂ ਆਪਣੇ ਮਾਲਕ ਦੀ ਜੋ ਯਹੋਵਾ ਦਾ ਮਸਾ ਹੋਇਆ ਹੈ ਰਾਖੀ ਨਹੀਂ ਕੀਤੀ। ਅਤੇ ਹੁਣ ਵੇਖੋ ਪਾਸ਼ਾ ਦੀ ਬਰਛੀ ਤੇ ਪਾਣੀ ਦੀ ਗੜਵੀ ਜੋ ਉਹਦੇ ਸਿਰਹਾਣੇ ਕੋਲ ਸੀ ਕਿੱਥੇ ਹੈ? ਕਿੱਥੇ ਆ? ਠੀਕ ਹੈ, 20 ਤੱਕ ਹੋ ਗਿਆ। ਹਾਂ, ਹਾਂ। ਤਦ ਸ਼ਾਉਲ ਨੇ ਦਾਊਦ ਦੀ ਆਵਾਜ਼ ਸਿਆਣ ਕੇ ਆਖਿਆ। ਸ਼ਾਉਲ ਨੇ ਆਵਾਜ਼ ਸਿਆਣ ਲਈ ਦਾਊਦ ਦੀ, ਤੇ ਆਖਿਆ, ਹੇ ਮੇਰੇ ਪੁੱਤਰ ਦਾਊਦ। ਇੱਥੇ ਕੀ ਕਹਿ ਰਿਹਾ? ਉਹ ਮੇਰੇ ਵੈਰੀ। ਹਾਲੇਲੂਇਆ। ਤੇ ਮਤਲਬ ਸਾਡਾ ਇਰਾਦਾ ਨੇਕ ਹੋਊਗਾ ਤੇ ਸਾਡਾ ਵੈਰੀ ਵੀ ਸਾਨੂੰ ਕੀ ਕਰੂਗਾ? ਇੱਕ ਸਨਮਾਨਿਤ ਸ਼ਬਦ ਸਾਡੇ ਲਈ ਰੱਖੂਗਾ। ਹਾਲੇਲੂਇਆ। ਉਹ ਆਪਣੇ ਮਨ ਚ ਆਪ ਹੀ ਵਿਚਾਰ ਕਰੂਗਾ, ਮੈਂ ਇਹਦਾ ਵੈਰੀ ਆ, ਇਹ ਮੇਰਾ ਵੈਰੀ ਨੇ। ਹਾਂਜੀ, ਹਾਂਜੀ। ਹੇ ਮੇਰੇ ਪੁੱਤਰ ਦਾਊਦ, ਤੇਰੀ ਆਵਾਜ਼ ਹੈ। ਤੇਰੀ ਆਵਾਜ਼ ਆ। ਦਾਊਦ ਬੋਲਿਆ, ਜੀ ਮੇਰੇ ਮਹਾਰਾਜ। ਉਹ ਵੀ ਉਹ ਕਿਉਂ ਕਹਿ ਰਿਹਾ? ਜੀ ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਹ ਮੇਰੀ ਹੀ ਆਵਾਜ਼ ਮੇਰੀ ਆਵਾਜ਼ ਆ। ਤਾਂ ਉਸਨੇ ਆਖਿਆ, ਹਾਂ, ਮੇਰਾ ਮਹਾਰਾਜ ਆਪਣੇ ਟਹਿਲੂਏ ਦੇ ਮਗਰ ਇਸ ਤਰ੍ਹਾਂ ਕਾਹਨੂੰ ਲੱਗਾ ਹੋਇਆ ਹੈ? ਹਾਂ, ਇੱਥੇ ਵੀ ਜੋ ਇਹ ਤਰਲਾ ਪਾ ਰਿਹਾ, ਉਹਦੇ ਕਾਹਤੋਂ ਲੱਗਾ? ਹਜੇ ਕਿ ਅਭਿਸ਼ੇਕਤ ਆ, ਅਧਿਕਾਰ ਆ, ਪਰਮੇਸ਼ਰ ਉਹਦੇ ਨਾਲ ਆ, ਸਵਰਗ ਉਹਦੇ ਨਾਲ ਆ, ਤੇ ਜਦੋਂ ਚਾਹੇ ਭਾਵੇਂ ਜਿੰਨਿਆਂ ਵਿੱਚ ਚਾਹੇ ਉਹ ਉਹਨੂੰ ਕੀ ਕਰ ਸਕਦਾ? ਵੱਢ ਸਕਦਾ ਆ। ਉਹਨੂੰ ਲੁਕ ਛੁਪ ਕੇ ਕੁਝ ਵੀ ਕਰਨ ਦੀ ਲੋੜ ਹੈ ਨਹੀਂਗੀ। ਫਿਰ ਵੀ ਉਹਨੂੰ ਉੱਤੇ ਸਲਾਹ ਦੇ ਰਿਹਾ ਕਿ ਤੂੰ ਮੇਰੇ ਮਗਰ ਕਾਹਤੋਂ ਪਿਆ ਹੋਇਆ? ਉਹਦਾ ਮਤਲਬ ਹੈ ਕਿ ਇਹ ਮੇਰੇ ਤੇ ਕੁਝ ਇਦਾਂ ਦਾ ਗਲਤ ਕੰਮ ਕਰਕੇ, ਕਿਉਂਕਿ ਮੈਂ ਤਾਂ ਖੁਦਾ ਦੇ ਹੱਥ ਦੇ ਵਿੱਚ ਆ, ਮੇਰਾ ਕੋਈ ਨੁਕਸਾਨ ਹੋਇਆ, ਇਹ ਨੁਕਸਾਨ ਕਰਨ ਦੀ ਕੋਸ਼ਿਸ਼ ਕਰੋ, ਉਹਦਾ ਇਹਨੂੰ ਭੋਗਣਾ ਪੈ ਜਾਣਾ ਹੈ। ਇਸ ਲਈ ਉਹਨੂੰ ਸਲਾਹਾਂ ਦੇ ਰਿਹਾ, ਤੂੰ ਕਿਉਂ ਮੇਰੇ ਪਿੱਛੇ ਪਿਆ ਹੋਇਆ? ਹਾਂ, ਮੈਂ ਕੀ ਕੀਤਾ ਹੈ? ਮੈਂ ਕੀ ਕੀਤਾ ਆ? ਅਤੇ ਮੇਰੇ ਹੱਥ ਵਿੱਚ ਕੀ ਖੋਟ ਹੈ? ਮੇਰੇ ਹੱਥ 'ਚ ਕੀ ਖੋਟਿਆ? ਸੋ ਹੁਣ ਇਹ ਮਹਾਰਾਜ ਪਾਸ਼ਾ ਹਾਂ। ਆਪਣੇ ਟਹਿਲੂਏ ਦੀਆਂ ਸੁਣੇ। ਜੇ ਕਦੀ ਯਹੋਵਾ ਨੇ ਮੇਰੇ ਵਿਰੁੱਧ ਤੈਨੂੰ ਉਕਸਾਇਆ
ਹੋਵੇ ਹਾਂਜੀ। ਤਾਂ ਉਹ ਭੇਟ ਮੰਨ ਲਵੇ ਹਾਂ। ਅਤੇ ਜੇ ਕਦੀ ਆਦਮ ਜਾਇਆ ਨੇ ਅਜਿਹਾ ਕੀਤਾ ਹੋਵੇ ਤਾਂ ਯਹੋਵਾ ਦੇ ਅੱਗੋਂ ਉਹਨਾਂ ਉੱਤੇ ਸਰਾਪ ਹੋਵੇ, ਕਿਉਂ ਜੋ ਅੱਜ ਉਹਨਾਂ ਨੇ ਯਹੋਵਾ ਦੀ ਦਿੱਤੀ ਹੋਈ ਮਿਲਕ ਵਿੱਚ ਰਹਿਣ ਤੋਂ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਆਖਦੇ ਹਨ ਜਾ ਹੋਰਨਾਂ ਦੇਵਤਿਆਂ ਦੀ ਪੂਜਾ ਕਰ। ਸੋ ਹੁਣ ਯਹੋਵਾ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ, ਕਿਉਂ ਜੋ ਇਜ਼ਰਾਈਲ ਦਾ ਪਾਤਸ਼ਾਹ ਇੱਕ ਪਿੱਸੂ ਲੱਭਣ ਨੂੰ ਨਿਕਲਿਆ ਹੈ, ਜਿਵੇਂ ਕੋਈ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਖੇਡਦਾ ਹੈ। ਹਾਂ, ਹਾਲੇਲੂਇਆ। ਆਪਣੇ ਆਪ ਇੰਨਾ ਉਹਦੇ ਅੱਗੇ ਕੀ ਕਰ ਰਿਹਾ ਹੈ? ਦੀਨ ਕਰ ਰਿਹਾ ਹੈ। ਸੋ ਇੱਥੇ ਛੋਟਾ ਜਿਹਾ ਹਿੰਟ ਲਿਖ ਲਓ, ਵੀ ਪ੍ਰਾਰਥਨਾ ਕਰਦੇ ਹਾਂ। ਦਾਊਦ ਨੇ ਸ਼ਾਉਲ ਤੇ ਹੱਥ ਪਾਉਣਾ ਨਾ ਚਾਹਿਆ। ਪ੍ਰਾਰਥਨਾ। ਖੁਦਾਵੰਦ ਖੁਦਾ ਤੇਰਾ ਸ਼ੁਕਰ ਤੇਰੀ ਤਾਰੀਫ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅੱਜ ਦੇ ਅੱਛੇ ਸਮੇਂ ਲਈ। ਖੁਦਾਵੰਦ ਤੂੰ ਜੋ ਸਾਨੂੰ ਆਪਣੇ ਹਜ਼ੂਰੀ ਵਿੱਚ ਬੈਠ ਕੇ ਸਾਡੇ ਜੀਵਨਾਂ ਦੇ ਵਿੱਚ ਜੋ ਮਿੱਥੇ ਗਏ ਨਿਸ਼ਾਨੇ ਆ ਉਹਨਾਂ ਤੇ ਗੌਰ ਕਰਨ ਨੂੰ ਖੁਦਾਵੰਦ ਤੂੰ ਆਪਣਾ ਵਚਨ ਪ੍ਰਕਾਸ਼ ਕੀਤਾ ਹੈ। ਅਸੀਂ ਦਾਊਦ ਦੀ ਤਰ੍ਹਾਂ ਖੁਦਾਵੰਦ ਆਪਣੇ ਜੀਵਨ ਨੂੰ ਦੇਖੀਏ। ਖੁਦਾਵੰਦ ਜਿੱਥੇ ਉਖੜੇ ਆ ਉੱਥੇ ਠੀਕ ਕਰ ਲਈਏ। ਵੱਡੀ ਕਿਰਪਾ ਕਰੋ ਪ੍ਰਭੂ ਯਿਸੂ ਮਸੀਹ ਨਾਮ ਚ। ਹੁਣ ਸਾਡੇ ਖੁਦਾ ਦਾ ਫਜ਼ਲ ਬਾਪ ਦੀ ਮੁਹੱਬਤ ਵੀ ਪ੍ਰਾਰਥਨਾ ਫਾਕ ਸ਼ਾਕੋਂ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਨਾਲ ਹੁੰਦੀ ਰਹੇ।